ਹਾਂਜੀ, ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ 8ਵੀਂ ਜਮਾਤ ਦਾ ਚੈਪਟਰ ਨੰਬਰ 21 ਭਾਵ 21 ਨੰਬਰ ਪਾਠ, ਜਿਸ ਦਾ ਨਾਮ ਹੈ ਗਿਆਨ ਵਿਗਿਆਨ ਅਤੇ ਮਨੋਰੰਜਨ ਦਾ ਅਨੋਖਾ ਸੰਗਮ, ਸਾਇੰਸ ਸਿਟੀ। ਸੋ ਬੇਟਾ, ਇਹ ਜੋ ਸਾਇੰਸ ਸਿਟੀ ਲੇਖ ਹੈ, ਇਸ ਨੂੰ ਅਸ਼ਨੀ ਕੁਮਾਰ ਜੀ ਨੇ ਲਿਖਿਆ ਹੈ। ਸੋ ਇਹ ਲੇਖ ਜੋ ਆਪ ਜੀ ਨੂੰ ਆਪਦੇ ਪਾਠਕ੍ਰਮ ਅਨੁਸਾਰ ਲਗਾਇਆ ਗਿਆ ਹੈ, ਇਹ ਆਪ ਜੀ ਦੀ ਸੋਚ ਨੂੰ ਡੂੰਘਾ, ਉੱਚਾ ਅਤੇ ਗਹਿਰਾ ਕਰਨ ਲਈ ਲਗਾਇਆ ਗਿਆ ਹੈ ਕਿ 21ਵੀਂ ਸਦੀ ਹੈ, ਵਿਗਿਆਨਕ ਯੁੱਗ ਹੈ। ਅੱਜ ਦੇ ਮਨੁੱਖ ਨੂੰ ਵਿਗਿਆਨਿਕ ਸੋਚ ਵਾਲਾ, ਤਰਕ ਦਲੀਲ ਵਾਲਾ ਹੋਣਾ ਚਾਹੀਦਾ ਹੈ। ਸੋ ਅਸੀਂ ਜਦੋਂ ਵਿਗਿਆਨ ਅਤੇ ਵਿਗਿਆਨ ਨਾਲ ਬਣੇ ਹੋਏ ਕਿਸੇ ਵੀ ਸੰਸਥਾ, ਪ੍ਰੋਜੈਕਟ ਜਾਂ ਕਿਸੇ ਐਸੇ ਐਕਟੀਵਿਟੀ ਨਾਲ ਜੁੜਦੇ ਹਾਂ ਤਾਂ ਫਿਰ ਸਾਡੀ ਜਿਹੜੀ ਸੋਚ ਆ ਉਹ ਤਰਕਸ਼ੀਲ ਬਣਦੀ ਹੈ। ਸੋ ਆਓ ਆਪਾਂ ਆਪ ਜੀ ਦਾ ਚੈਪਟਰ ਨੰਬਰ 21 ਪੜ੍ਹਦੇ ਹਾਂ ਅਤੇ ਸਮਝਦੇ ਹਾਂ। ਇਸ ਚੈਪਟਰ ਵਿੱਚ ਤੁਹਾਨੂੰ ਸਾਇੰਸ ਸਿਟੀ ਜੋ ਕਪੂਰਥਲਾ ਵਿਖੇ ਹੈ, ਕਪੂਰਥਲਾ ਰੋਡ ਦੇ ਉੱਪਰ ਸਥਿਤ ਹੈ, ਇਹਦੀ ਵਿੱਚ ਕੀ ਕੁਝ ਸ਼ਾਮਲ ਹੈ, ਇਹ ਕਦੋਂ ਬਣੀ, ਕਿਹਨਾਂ ਨੇ ਬਣਾਈ, ਕਦੋਂ ਇਹ ਆਮ ਲੋਕਾਂ ਲਈ ਖੁੱਲ੍ਹੀ ਅਤੇ ਇਸ ਵਿੱਚ ਕਿਹੜੀਆਂ ਕਿਹੜੀਆਂ ਗੈਲਰੀਆਂ ਨੇ। ਆਓ ਇਸ ਚੈਪਟਰ ਨੂੰ ਆਪਾਂ ਪੜ੍ਹਦੇ ਹਾਂ ਅਤੇ ਸਮਝਦੇ ਹਾਂ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਸਮੇਂ ਤੋਂ ਹੀ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਅਤੇ ਸਮਾਜ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦੇ ਉਪਰਾਲੇ ਸ਼ੁਰੂ ਹੋ ਗਏ ਸਨ। ਬਹੁਤ ਸਾਰੀਆਂ ਕੌਮੀ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਉਸ ਸਮੇਂ ਸਥਾਪਿਤ ਹੋਈਆਂ, ਜਿਨ੍ਹਾਂ ਨੇ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ। ਸੋ ਬੇਟਾ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਬਹੁਤ ਸਾਰੀਆਂ ਰੂੜੀਆਂ, ਬਹੁਤ ਸਾਰੀਆਂ ਐਸੀਆਂ ਪਰੰਪਰਾਵਾਂ ਸੀ ਜੋ ਸਾਨੂੰ ਰੂੜੀਵਾਦੀ ਹੋਣ ਵੱਲ ਇਸ਼ਾਰਾ ਕਰਦੀਆਂ ਸਨ। ਸੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਚੀਜ਼ ਨੂੰ ਇੱਕ ਮੁਹਿੰਮ ਦੇ ਤੌਰ 'ਤੇ ਵਿੱਢਿਆ ਗਿਆ ਕਿ ਭਾਰਤ ਦੇ ਲੋਕਾਂ ਨੂੰ ਸਾਇੰਸ ਐਂਡ ਟੈਕਨੋਲੋਜੀ ਨਾਲ ਜੋੜਿਆ ਜਾਵੇ। ਇਸ ਉਦੇਸ਼ ਨੂੰ ਲੈ ਕੇ ਭਾਰਤ ਵਿੱਚ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਕ ਸੋਚ ਦਾ ਹੋਣਾ ਅਤੀ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ 'ਤੇ, ਇਹ ਬੇਟਾ ਮਤਲਬ ਪੰਜਾਬ ਅਤੇ ਸੈਂਟਰ ਗੌਰਮੈਂਟ ਵੱਲੋਂ ਸਾਂਝੇ ਤੌਰ 'ਤੇ 72 ਏਕੜ ਜ਼ਮੀਨ ਵਿੱਚ, ਜ਼ਮੀਨ ਕਿੰਨੀ ਸੀ? 72 ਏਕੜ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ ਹੈ। ਇਸ ਦਾ ਨਾਮ ਹੈ ਪੁਸ਼ਪਾ ਗੁਜਰਾਲ ਸਾਇੰਸ ਸਿਟੀ। ਸਾਇੰਸ ਸਿਟੀ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਵੱਲੋਂ 17 ਅਕਤੂਬਰ 1997 1997 ਨੂੰ ਰੱਖਿਆ ਗਿਆ। ਇਸ ਉਪਰਾਲੇ ਦਾ ਮੰਤਵ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ। 19 ਮਾਰਚ 2005 ਨੂੰ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਸੋ ਇੰਨਾ ਲੰਮਾ ਟਾਈਮ ਬੇਟਾ ਇਹ ਚੀਜ਼ ਬਣਦੀ ਰਹੀ ਅਤੇ 2005 ਦੇ ਵਿੱਚ 19 ਮਾਰਚ ਨੂੰ ਇਸ ਨੂੰ ਆਮ ਲੋਕਾਂ ਲਈ, ਭਾਵ ਸਾਡੇ ਲਈ ਖੋਲ੍ਹ ਦਿੱਤਾ ਗਿਆ ਕਿ ਹੁਣ ਇਹਨੂੰ ਅਸੀਂ ਕੋਈ ਵੀ ਜਾ ਕੇ ਦੇਖ ਸਕਦਾ ਹੈ। ਸਾਇੰਸ ਸਿਟੀ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ। ਇਹ ਬੇਟਾ ਜੀਕੇ ਦਾ ਵੀ ਕੁਐਸਚਨ ਹੋ ਸਕਦਾ ਹੈ ਕਿ ਸ਼੍ਰੀਮਤੀ ਪੁਸ਼ਪਾ ਗੁਜਰਾਲ ਜੀ ਕੌਣ ਸਨ? ਤਾਂ ਅਸੀਂ ਕਹਾਂਗੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੇ ਮਾਤਾ ਜੀ ਸੀ। ਅਤੇ ਜੇ ਇਹ ਸਾਇੰਸ ਸਿਟੀ ਦਾ ਨਾਮ ਪੁੱਛਿਆ ਜਾਵੇ ਤਾਂ ਅਸੀਂ ਦੱਸਾਂਗੇ ਕਿ ਸ਼੍ਰੀਮਤੀ ਪੁਸ਼ਪਾ ਗੁਜਰਾਲ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ। ਆਪ ਇੱਕ ਸਮਾਜ ਸੇਵਕਾ ਸਨ। ਸਮਾਜ ਸੇਵਕ ਹੁੰਦੇ ਬੇਟਾ ਸਮਾਜ ਦੇ ਜਿਹੜੇ ਵੱਖ-ਵੱਖ ਵਰਗਾਂ ਦੀ ਸੇਵਾ ਕਰਨ। ਉਹ ਹੈਲਥ ਵੀ ਹੋ ਸਕਦੀ ਹੈ, ਐਜੂਕੇਸ਼ਨ ਵੀ ਹੋ ਸਕਦੀ ਆ, ਜੋ ਵੀ ਬੇਟਾ ਸਮਾਜ ਦੇ ਵਿੱਚ ਕੁਛ ਚੰਗਾ ਪ੍ਰੇਰਨਾ
ਦਾ ਇੱਕ ਕੰਮ ਕਰਦੇ ਹਾਂ, ਉਹਨੂੰ ਸਮਾਜ ਸੇਵਕੀ ਕਿਹਾ ਜਾਂਦਾ ਹੈ। ਹੁਣ ਤੱਕ ਦੇਸ਼ ਭਰ ਤੋਂ ਲੱਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵਿਖੇ ਆ ਕੇ ਆਨੰਦ ਮਾਣ ਚੁੱਕੇ ਹਨ। ਸੋ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਆ ਕੇ ਇਸ ਸਾਇੰਸ ਸਿਟੀ ਨੂੰ ਦੇਖ ਚੁੱਕੇ ਨੇ। ਆਹ ਤੁਸੀਂ ਬੇਟਾ ਫੋਟੋ ਦੇ ਉੱਪਰ ਦੇਖਦੇ ਹੋ ਇੱਕ ਗਲੋਬ ਜਿਹਾ ਬਣਿਆ ਨਜ਼ਰ ਆਉਂਦਾ, ਇਹ ਬੇਟਾ ਸਪੇਸ ਥੀਏਟਰ ਹੈ। ਅੱਗੇ ਆਪਾਂ ਚੈਪਟਰ ਦੇ ਵਿੱਚ ਆਓ ਡਿਟੇਲ 'ਚ ਜਾਣਦੇ ਹਾਂ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇੱਕ ਬਹੁਤ ਵੱਡੇ ਗਲੋਬ 'ਤੇ ਪੈਂਦੀ ਹੈ। ਇਹ ਜਿਵੇਂ ਬੇਟਾ ਤੁਸੀਂ ਆ ਦੇਖ ਰਹੇ ਹੋ ਫੋਟੋ ਦੇ ਵਿੱਚ, ਇਹਨੂੰ ਕਹਾਂਗੇ ਕਿ ਬਹੁਤ ਵੱਡੇ ਗਲੋਬ 'ਤੇ ਪੈਂਦੀ ਹੈ। ਇਹ ਗਲੋਬ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਈਲਾਂ ਨਾਲ ਬਣਾਇਆ ਗਿਆ ਹੈ। 25 ਲੱਖ ਟਾਈਲਾਂ ਲੱਗੀਆਂ ਨੇ ਬੇਟਾ ਇਹਨੂੰ ਬਣਾਉਣ ਲਈ। ਬਾਹਰੋਂ ਦਿਸਣ ਵਾਲਾ ਗਲੋਬ ਅਸਲ ਵਿੱਚ ਇੱਕ ਥੀਏਟਰ ਹੈ। ਥੀਏਟਰ ਬੇਟਾ ਜਿਵੇਂ ਮੂਵੀ ਦੇਖਦੇ ਹਾਂ, ਇਹਦੇ ਵਿੱਚ ਸ਼ੋਅ ਦਿਖਾਏ ਜਾਂਦੇ ਨੇ ਬੇਟਾ। ਕਦੇ ਤੁਹਾਨੂੰ ਮੂਨ ਦੀ ਯਾਤਰਾ ਹੁੰਦੀ ਹੈ ਵੀ ਕਿਵੇਂ ਅਸੀਂ ਚੰਦਰਮਾ ਦੀ ਸਤ੍ਹਾ 'ਤੇ ਉਤਰਦੇ ਹਾਂ, ਉੱਥੋਂ ਦਾ ਐਟਮੋਸਫੇਅਰ ਕਿੱਦਾਂ ਦਾ, ਚੰਦਰਮਾ ਦੀਆਂ ਜਿਹੜੀਆਂ ਸਾਊਂਡਸ ਨੇ ਉਹ ਕਿੱਦਾਂ ਦੀਆਂ ਨੇ, ਬਿਲਕੁਲ ਐਜ ਇਟ ਐਜ ਉੱਦਾਂ ਹੀ ਸੁਣਦੀਆਂ ਨੇ ਬੇਟਾ, ਓਰੀਜਨਲ ਸਾਊਂਡਸ ਨੇ ਉਹ। ਅਤੇ ਮੰਗਲ ਗ੍ਰਹਿ ਦਾ ਵੀ ਤੁਹਾਨੂੰ ਇੱਥੋਂ ਲਾਈਵ ਦਿਖਾਇਆ ਜਾਂਦਾ ਅਤੇ ਕਿਵੇਂ ਮੰਗਲ ਗ੍ਰਹਿ ਦੇ ਉੱਪਰ ਸਾਊਂਡਸ ਆ, ਜੋ ਉੱਥੋਂ ਦੀ ਧਰਤੀ ਕਿੱਦਾਂ ਦੀ ਆ। ਅਤੇ ਇੱਥੇ ਬੇਟਾ ਮਤਲਬ ਇਹਦੀ ਖਾਸੀਅਤ ਹੈ ਕਿ ਬੱਦਲ ਦੇ ਗਰਜਣ ਤੋਂ ਲੈ ਕੇ ਸੂਈ ਦੇ ਡਿੱਗਣ ਤੱਕ ਦੀ ਕਲੀਅਰ ਸਾਊਂਡ ਸੁਣਦੀ ਹੈ। ਇਹ ਖਾਸੀਅਤ ਹੈ ਇਸ ਥੀਏਟਰ ਦੀ। ਆਓ ਪੜ੍ਹਦੇ ਹਾਂ। ਬਾਹਰੋਂ ਦਿਸਣ ਵਾਲਾ ਗਲੋਬ ਅਸਲ ਵਿੱਚ ਇੱਕ ਥੀਏਟਰ ਹੈ ਜਿਸ ਵਿੱਚ ਆਮ ਸਿਨੇਮਾ ਘਰ ਦੀ ਸਕਰੀਨ ਨਾਲੋਂ 10 ਗੁਣਾ ਵੱਡੀ ਸਕਰੀਨ 'ਤੇ ਫਿਲਮ ਦਿਖਾਈ ਜਾਂਦੀ ਹੈ। ਆਮ ਘਰਾਂ ਦੇ ਜੋ ਥੀਏਟਰ ਹੁੰਦੇ ਨੇ ਬੇਟਾ ਉਹਦੇ ਨਾਲੋਂ 10 ਗੁਣਾ ਵੱਡਾ ਥੀਏਟਰ ਹੈ ਇਹ, ਮਤਲਬ ਉਹਦੀ ਜਿਹੜੀ ਸਕਰੀਨ ਆ 10 ਗੁਣਾ ਵੱਡੀ ਹੈ। ਇਹ ਆਪਣੀ ਤਰ੍ਹਾਂ ਦਾ ਹੀ ਇੱਕ ਸਪੇਸ ਥੀਏਟਰ ਹੈ। ਆਲੇ ਦੁਆਲੇ ਸਕਰੀਨ ਵਾਲੇ ਇਸ ਥੀਏਟਰ ਵਿੱਚ ਬੱਦਲ ਗਰਜਣ ਤੋਂ ਲੈ ਕੇ ਇੱਕ ਸੂਈ ਡਿੱਗਣ ਤੱਕ ਦੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦਿੰਦੀ ਹੈ। ਇਸ ਵਿੱਚ ਬੈਠ ਕੇ ਫਿਲਮ ਦੇਖਦਿਆਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਤੁਸੀਂ ਵੀ ਫਿਲਮ ਦਾ ਇੱਕ ਹਿੱਸਾ ਹੋਵੋ। ਸੋ ਬੇਟਾ ਜਦੋਂ ਅਸੀਂ ਚੇਅਰ 'ਤੇ ਬੈਠਦੇ ਹਾਂ, ਸਪੋਜ਼ ਕਰੋ ਕਿ ਚੰਦਰਮਾ ਦੇ ਉੱਪਰ ਜੋ ਇੱਕ ਸਾਇੰਟਿਸਟ ਇਸ ਫਿਲਮ ਨੂੰ ਫਿਲਮਾਂਕਨ ਕਰ ਰਿਹਾ ਹੈ, ਜਾਂ ਉਹ ਜਿਸ ਆਕਾਸ਼ ਵਿੱਚ ਜਾਂ ਇਸ ਕਹਿ ਦਈਏ ਵੀ ਉਸ ਚੰਦਰਮਾ ਦੀ ਸਤ੍ਹਾ 'ਤੇ ਚੱਲਣ ਵਾਲੀ ਉਹ ਜਿਹੜੀ ਗੱਡੀ ਹੈ ਜਿਹਦੇ ਰਾਹੀਂ ਇਹ ਸ਼ੂਟ ਹੋ ਰਿਹਾ, ਤੁਹਾਨੂੰ ਇੱਕ ਟਾਈਮ ਇੰਝ ਅਨੁਭਵ ਹੋਊਗਾ ਕਿ ਤੁਸੀਂ ਚੰਦਰਮਾ ਦੀ ਸਤ੍ਹਾ 'ਤੇ ਹੋ ਅਤੇ ਤੁਸੀਂ ਤੁਰ ਰਹੇ ਹੋ, ਮੂਵੀ ਤੁਸੀਂ ਬਣਾ ਰਹੇ ਹੋ। ਸੋ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਬੇਟਾ, ਇਸ ਤਰ੍ਹਾਂ ਦਾ ਇੱਥੇ ਨਜ਼ਾਰਾ ਹੁੰਦਾ ਜਦੋਂ ਅਸੀਂ ਥੀਏਟਰ 'ਚ ਬੈਠਦੇ ਹਾਂ। ਸੋ ਜਿਹੜੇ ਬੱਚੇ ਗਏ ਨੇ ਉਹ ਗੱਲ ਨੂੰ ਮਹਿਸੂਸ ਕਰਦੇ ਨੇ ਅਤੇ ਜਿਹੜੇ ਨਹੀਂ ਗਏ ਉਹ ਮਹਿਸੂਸ ਕਰ ਲੈਣ। ਇਸ ਪਲਾੜੀ ਥੀਏਟਰ ਵਿੱਚ ਡਿਜੀਟਲ ਪਲੈਨੇਟੇਰੀਅਮ ਨਾਂ ਦਾ ਸ਼ੋਅ ਵੀ ਦਿਖਾਇਆ ਜਾਂਦਾ ਹੈ। ਇਹ ਥੀਏਟਰ ਇੱਕਦਮ ਰਾਤ ਦੇ ਆਕਾਸ਼ ਵਿੱਚ ਬਦਲ ਜਾਂਦਾ ਹੈ ਅਤੇ ਫਿਰ ਸ਼ੁਰੂ ਹੁੰਦੀ ਹੈ ਤਾਰਿਆਂ ਦੀ ਦਾਸਤਾਨ। ਗਲੈਕਸੀਆਂ ਦਾ ਬਣਨਾ, ਤਾਰਿਆਂ ਦਾ ਟੁੱਟਣਾ ਅਤੇ ਵੱਖ-ਵੱਖ ਗ੍ਰਹਿਆਂ ਦਾ ਗਿਆਨ ਜੋ ਇੱਥੇ ਦਿੱਤਾ ਜਾਂਦਾ ਹੈ। ਸੋ ਬੇਟਾ ਇੱਕ ਇੱਥੇ ਸ਼ੋਅ ਚੱਲਦਾ ਹੈ, ਬਿਲਕੁਲ ਹਨੇਰਾ ਹੁੰਦਾ ਅਤੇ 1-2 ਸਟਾਰ ਚਮਕਦੇ ਨੇ, ਫਿਰ ਬਹੁਤ ਸਾਰੇ ਸਟਾਰ ਚਮਕਣੇ ਸ਼ੁਰੂ ਹੋ ਜਾਂਦੇ ਨੇ। ਸੋ ਜਿਵੇਂ ਅਸੀਂ ਧਰਤੀ ਬਾਰੇ ਕਹਿੰਦੇ ਹਾਂ ਕਿ ਲੱਖ ਪਤਾਲਾਂ ਪਤਾਲ, ਉਸੇ ਤਰ੍ਹਾਂ ਗੁਰਬਾਣੀ 'ਚ ਲਿਖਿਆ ਲੱਖ ਆਕਾਸ਼ਾਂ ਆਕਾਸ਼। ਜਿਹੜੇ ਤਾਰੇ ਅਸੀਂ ਰਾਤ ਨੂੰ ਸਾਡੇ ਗਗਨ ਦੇ ਵਿੱਚ ਚਮਕਦੇ ਟਿਮਟਮਾਉਂਦੇ ਵੇਖਦੇ ਹਾਂ ਬੇਟਾ, ਇਹਦੀ ਵੀ ਇੱਕ ਮੂਵੀ ਬਣਾਈ ਜਾਂਦੀ ਹੈ, ਫਿਲਮ ਦਿਖਾਈ ਜਾਂਦੀ ਹੈ ਰਿਐਲਿਟੀ ਦੇ ਵਿੱਚ ਕਿ ਕਿਸ ਤਰ੍ਹਾਂ ਸਾਡਾ ਤਾਰਾ ਮੰਡਲ ਹੈ, ਕਿਸ ਤਰ੍ਹਾਂ ਦੀਆਂ ਗਲੈਕਸੀਆਂ ਹਨ, ਕਿੰਨੇ ਤਰ੍ਹਾਂ ਦੇ ਤਾਰੇ ਨੇ, ਕਿੰਨੇ ਤਰ੍ਹਾਂ ਦਾ ਬ੍ਰਹਿਮੰਡ ਦੇ ਵਿੱਚ ਜਿਹੜੀਆਂ ਇਹ ਸਾਨੂੰ ਰਾਤ ਨੂੰ ਜਗਮਗਾਉਂਦੀਆਂ ਲਾਈਟਾਂ ਦਿਖਦੀਆਂ ਨੇ ਕਿ ਕਿਸ ਤਰ੍ਹਾਂ ਦੇ ਛੋਟੇ ਵੱਡੇ ਗ੍ਰਹਿ ਨੇ, ਕਿਸ ਤਰ੍ਹਾਂ ਦੇ ਵੱਡੇ ਆਕਾਰੀ ਤਾਰੇ ਨੇ, ਕਿਵੇਂ ਤਾਰਾ ਟੁੱਟਦਾ ਹੈ, ਕਿਵੇਂ ਉਲਕਾ ਪਿੰਡ ਬਣਦਾ ਹੈ। ਸੋ ਬੇਟਾ ਹਰ ਇੱਕ ਚੀਜ਼ ਦੀ ਬਹੁਤ ਵਧੀਆ ਢੰਗ ਨਾਲ ਜਿਹੜੀ ਜਾਣਕਾਰੀ ਸਾਨੂੰ ਇਸ ਪੁਲਾੜੀ ਥੀਏਟਰ ਵਿੱਚ ਮਿਲਦੀ ਹੈ। ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿੱਚ ਪੁਲਾੜ ਦੇ ਰਹਿਣ ਸਹਿਣ, ਹੁਣ ਬੇਟਾ ਜਿਵੇਂ ਅਸੀਂ ਉੱਪਰ ਕਿਵੇਂ ਜਾਂਦੇ ਹਾਂ, ਕਿਵੇਂ ਉਹ ਜਿਹੜੀ ਅਸੀਂ ਸਪੇਸ ਦੀ ਦੁਨੀਆ ਉੱਥੇ ਕਿੱਦਾਂ ਦਾ ਐਟਮੋਸਫੇਅਰ ਹੈ, ਜਾਂ ਉੱਥੇ ਜਾਣ ਵਾਲੇ ਵਿਗਿਆਨੀਆਂ ਨੂੰ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਜਾਂ ਉੱਥੇ ਜਾਣ ਲਈ ਕਿੱਦਾਂ ਦੀਆਂ ਤਿਆਰੀਆਂ ਨੇ, ਇਹ ਵੀ ਉਸ ਸ਼ੋਅ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ। ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿੱਚ ਪੁਲਾੜ ਦੇ ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਬਹੁਮੁੱਲਾ ਗਿਆਨ ਹੈ। ਇੱਥੇ ਆ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਵੀ ਪੁਲਾੜ ਵਿੱਚ ਹੀ ਪਹੁੰਚ ਗਏ ਹੋਵੋ। ਇੱਥੇ ਰੱਖਿਆ ਗਿਆ ਪੋਲ ਸਟਾਰ ਲਾਂਚਿੰਗ
ਵਹੀਕਲ ਵੀ ਸਾਨੂੰ ਉੱਪਰ ਪਲਾੜ ਵਿੱਚ ਸੈਟੇਲਾਈਟ ਛੱਡਣ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੰਦਾ ਹੈ। ਸਪੇਸ ਸ਼ਟਲ ਦਾ ਮਾਡਲ ਵੀ ਇੱਥੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਹੁਣ ਬੇਟਾ ਜਿਹੜਾ ਪਲਾਟ ਦੇ ਵਿੱਚ ਅਸੀਂ ਸੈਟੇਲਾਈਟ ਰਾਹੀਂ ਕਿਵੇਂ ਸਾਡਾ ਉਪਗ੍ਰਹਿ ਨੂੰ ਛੱਡਦੇ ਹਾਂ, ਜੋ ਉਪਗ੍ਰਹਿ ਕਿਵੇਂ ਉੱਪਰ ਪਹੁੰਚਦਾ ਹੈ ਤਾਂ ਕਿਵੇਂ ਵਰਕਿੰਗ ਕਰਦਾ, ਇਹਦੀ ਵੀ ਬਹੁਤ ਸਾਰੀ ਜਾਣਕਾਰੀ ਆਪ ਜੀ ਨੂੰ ਇੱਥੇ ਦਿੱਤੀ ਜਾਂਦੀ ਹੈ। ਅਤੇ ਸਪੇਸ ਸ਼ਟਲ ਦਾ ਜਿਹੜਾ ਮਾਡਲ ਆ ਕਿ ਇੱਕ ਪੂਰਾ ਸੈਟਅਪ ਕਿੱਦਾਂ ਅਸੀਂ ਉਪਗ੍ਰਹਿ ਨੂੰ ਉੱਪਰ ਲੈ ਕੇ ਜਾਂਦੇ ਹਾਂ, ਕਿਸ ਢੰਗ ਨਾਲ ਉਹਨੂੰ ਲਾਂਚ ਕਰਦੇ ਹਾਂ, ਉਹਦਾ ਵੀ ਬੇਟਾ ਅੰਦਰ ਇੱਕ ਸੈਟਅਪ ਬਣਾਇਆ ਹੋਇਆ। ਬਹੁਤ ਉਤਸੁਕਤਾ ਦੇ ਨਾਲ ਜਿਹੜੇ ਬੱਚੇ ਦੇਖਦੇ ਨੇ, ਅਤੇ ਇਹ ਵੀ ਇੱਕ ਖਿੱਚ ਦਾ ਕੇਂਦਰ ਹੈ। ਇੱਥੋਂ ਦੇ ਫਲਾਈਟ ਸਿਮੂਲੇਟਰ ਵਿੱਚ ਬੈਠਿਆਂ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੋਵੇਗਾ। 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ 'ਤੇ ਜੇਕਰ ਤੁਸੀਂ ਹਵਾਈ ਜਹਾਜ਼ ਵਾਲੀ ਫਿਲਮ ਵੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਤੁਸੀਂ ਹਵਾਈ ਜਹਾਜ਼ ਵਿੱਚ ਬੈਠੇ ਆਕਾਸ਼ ਵਿੱਚ ਉੱਡ ਰਹੇ ਹੋ। ਜੇ ਤੁਸੀਂ ਰੋਲਰ ਕੋਸਟਰ ਦੀ ਫਿਲਮ ਵੇਖੋਗੇ ਤਾਂ ਇਵੇਂ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਰੋਲਰ ਕੋਸਟਰ ਵਿੱਚ ਬੈਠੇ ਹੋ। ਇਹ ਸਿਮੂਲੇਟਰ ਬਰਤਾਨੀਆ ਤੋਂ ਮੰਗਵਾਇਆ ਗਿਆ ਹੈ। ਸੋ ਬੇਟਾ ਇੱਕ ਉੱਥੇ ਰੂਮ ਆ, ਉਹਦੇ ਵਿੱਚ ਉਸੇ ਤਰ੍ਹਾਂ ਜਿਵੇਂ ਜਹਾਜ਼ ਦੇ ਵਿੱਚ ਅਸੀਂ ਜਾਂਦੇ ਉਵੇਂ ਚੇਅਰਸ ਲੱਗੀਆਂ ਨੇ, ਉਹਦੇ ਵਿੱਚ ਬੈਠੋਗੇ ਕਿਵੇਂ ਜਹਾਜ਼ ਸਟਾਰਟਿੰਗ ਪੁਆਇੰਟ ਤੋਂ ਚੱਲਦਾ, ਕਿਵੇਂ ਰਨਵੇ 'ਤੇ ਦੌੜਦਾ, ਕਿਵੇਂ ਹੌਲੀ ਹੌਲੀ ਉੱਚਾ ਉੱਡਦਾ। ਅਤੇ ਬੇਟਾ ਸਕਰੀਨ ਦੇ ਉੱਪਰ ਤੁਹਾਨੂੰ ਇੱਦਾਂ ਲੱਗੇਗਾ ਕਿ ਤੁਸੀਂ ਜਹਾਜ਼ ਦੇ ਅੰਦਰ ਬੈਠੇ ਹੋ। ਸਕਰੀਨ ਦੇ ਉੱਪਰ ਤੁਹਾਨੂੰ ਰਨਵੇ ਨਜ਼ਰ ਆਏਗਾ, ਫਿਰ ਰਨਵੇ ਤੋਂ ਉੱਪਰ ਜਿਵੇਂ ਜਹਾਜ਼ ਉੱਪਰ ਨੂੰ ਉੱਡਦਾ ਹੈ ਅਤੇ ਉਸੇ ਤਰ੍ਹਾਂ ਤੁਹਾਨੂੰ ਸੀਟ ਬੈਲਟ ਲਾਉਣ ਨੂੰ ਕਿਹਾ ਜਾਏਗਾ, ਅਤੇ ਉਸੇ ਤਰ੍ਹਾਂ ਤੁਹਾਡੀ ਜਿਹੜੀ ਚੇਅਰ ਆ ਨੀਚੋਂ ਮੂਵ ਕਰੇਗੀ, ਉੱਥੇ ਉਸ ਤਰ੍ਹਾਂ ਦੀ ਸਾਊਂਡ ਹੋਏਗੀ। ਤੁਹਾਨੂੰ ਇੰਝ ਮਹਿਸੂਸ ਹੋਊਗਾ ਕਿ ਤੁਸੀਂ ਆਕਾਸ਼ ਵਿੱਚ ਉੱਡ ਰਹੇ ਹੋ। ਅਤੇ ਜੇ ਬੇਟਾ ਇਹਦੇ ਉਲਟ ਜੇ ਤੁਸੀਂ ਰੋਲਰ ਕੋਸਟਰ ਦੀ ਫਿਲਮ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਤੁਸੀਂ ਇੱਕ ਛੋਟੀ ਜਿਹੀ ਟ੍ਰੇਨ ਜਿਹੜੀ ਓਪਨ ਆ ਉਹਦੇ ਵਿੱਚ ਉਸ ਵਿੱਚ ਬੈਠੇ ਹੋ। ਉਹ ਕਿਵੇਂ ਪਹਾੜੀਆਂ ਵਿੱਚੋਂ ਦੀ ਹੁੰਦੀ ਹੋਈ ਅਪ ਡਾਊਨ ਕਰਦੀ ਹੋਈ ਕਿਸੇ ਚੀਜ਼ ਨਾਲ ਟਕਰਾਉਂਦੀ ਆ, ਕਿਵੇਂ ਜਦੋਂ ਪਾਣੀ ਵਿੱਚ ਲੰਘਦੀ ਆ ਤੁਹਾਡੇ ਚਿਹਰੇ 'ਤੇ ਫੁਹਾਰਾਂ ਪੈਂਦੀਆਂ ਨੇ, ਉਸੇ ਤਰ੍ਹਾਂ ਪੱਤਿਆਂ ਦੀ ਸਾਊਂਡ ਆਉਂਦੀ ਆ ਜਿੱਥੋਂ ਦੀ ਉਹ ਲੰਘਦੀ ਹੈ ਟ੍ਰੇਨ, ਅਤੇ ਉਹ ਤੁਹਾਨੂੰ ਅਨੁਭਵ ਹੁੰਦਾ। ਉਹ ਵੀ ਬੜਾ ਦਿਲ ਖਿੱਚਵਾਂ ਅਤੇ ਬੜਾ ਫਨ ਰਾਈਡਸ ਹੁੰਦੀਆਂ ਨੇ। ਜਦੋਂ ਤੁਸੀਂ ਦੇਖਦੇ ਹੋ ਬੜਾ ਆਨੰਦ ਆਉਂਦਾ ਇਸ ਗੈਲਰੀ ਦੇ ਵਿੱਚ। ਫਲਾਈਟ ਸਿਮੂਲੇਟਰ ਦੇ ਨਾਲ ਨਾਲ ਇੱਥੇ ਅਰਥਕੁਏਕ ਸਿਮੂਲੇਟਰ ਦਾ ਸ਼ੋਅ ਵੀ ਹੈ। ਜਦੋਂ ਮੈਂ ਬੇਟਾ ਭੁਚਾਲ ਆਉਂਦਾ, ਤੁਸੀਂ ਰੂਮ ਦੇ ਅੰਦਰ ਬੈਠਦੇ ਹੋ, ਉਸੇ ਤਰ੍ਹਾਂ ਚੇਅਰ 'ਤੇ ਤੁਹਾਨੂੰ ਬਿਠਾਇਆ ਜਾਂਦਾ। ਬਾਹਰ ਵੇਟਿੰਗ ਲਈ ਚੇਅਰਸ ਵੀ ਲੱਗੀਆਂ ਨੇ, ਕੁਛ ਬੱਚੇ ਉੱਥੇ ਬੈਠਦੇ ਨੇ, ਕੁਛ ਬੱਚੇ ਅੰਦਰ ਚਲੇ ਜਾਂਦੇ ਨੇ। ਅਤੇ ਬੇਟਾ ਸਾਹਮਣੇ ਸਕਰੀਨ ਹੈ, ਅਤੇ ਜਦੋਂ ਤੁਸੀਂ ਚੇਅਰ ਦੇ ਉੱਪਰ ਬੈਠਦੇ ਹੋ ਤਾਂ ਤੁਹਾਨੂੰ ਦੱਸਿਆ ਜਾਂਦਾ ਕਿ ਕਿੰਨੀ ਮਤਲਬ ਜਿਹੜੀ ਰੇਂਜ ਦੇ ਵਿੱਚ ਇਹ ਜਿਹੜਾ ਅਸੀਂ ਦੇਖਦੇ ਹਾਂ ਕਿ ਭੁਚਾਲ ਆ ਰਿਹਾ, ਕਿਵੇਂ ਬਿਲਡਿੰਗਾਂ ਹਿੱਲ ਰਹੀਆਂ ਨੇ। ਤੁਸੀਂ ਕੁਰਸੀ 'ਤੇ ਬੈਠ ਕੇ ਅਨੁਭਵ ਕਰੋਗੇ ਅਸਲੀ ਭੁਚਾਲ ਦੇ ਝਟਕਿਆਂ ਨੂੰ, ਕਿ ਜੇਕਰ ਸਾਨੂੰ ਇਸ ਤਰ੍ਹਾਂ ਦੇ ਝਟਕੇ ਲੱਗਦੇ ਨੇ ਤਾਂ ਸਾਹਮਣੇ ਬਿਲਡਿੰਗਾਂ ਨੂੰ ਹਿੱਲਦੇ ਡਿੱਗਦੇ ਦੇਖੋਗੇ ਕਿ ਕੁਰਸੀ 'ਤੇ ਬਹਿ ਕੇ ਬੇਟਾ ਤੁਹਾਨੂੰ ਅਨੁਭਵ ਹੋਊਗਾ ਕਿ ਜੇਕਰ ਕੁਰਸੀ ਇਸ ਤਰ੍ਹਾਂ ਹਿੱਲਦੀ ਹੈ ਤਾਂ ਬਿਲਡਿੰਗਾਂ 'ਤੇ ਇਹਦਾ ਅਸਰ ਕਿਵੇਂ ਹੋਊ। ਅਤੇ ਫਿਰ ਬੇਟਾ ਜਦੋਂ ਅਸੀਂ ਉਹ ਸ਼ੋਅ ਨੂੰ ਦੇਖਦੇ ਹਾਂ, ਉਹਦੇ ਬਾਅਦ ਦੇ ਵਿੱਚ ਵੀ ਉੱਥੇ ਬਹੁਤ ਸਾਰੇ ਮਤਲਬ ਚਾਰਟ ਲਗਾਏ ਗਏ ਨੇ, ਜਾਣਕਾਰੀ ਦਿੱਤੀ ਗਈ ਹੈ ਵੀ ਜੇਕਰ ਭੁਚਾਲ ਆਉਂਦਾ ਤਾਂ ਭੁਚਾਲ ਆਉਣ 'ਤੇ ਅਸੀਂ ਕੀ ਕਰ ਸਕਦੇ ਹਾਂ, ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਕਿਵੇਂ ਮਨੁੱਖੀ ਜਾਨਾਂ ਨੂੰ ਬਚਾ ਸਕਦੇ ਹਾਂ। ਸੋ ਬੇਟਾ ਭੁਚਾਲ ਨਾਲ ਸੰਬੰਧਿਤ ਇੱਕ ਬਹੁਤ ਰੌਚਕ ਜਾਣਕਾਰੀ ਤੁਹਾਨੂੰ ਇਸ ਜਿਹੜਾ ਅਰਥਕੁਏਕ ਸਿਮੂਲੇਟਰ ਸ਼ੋਅ ਆ ਉਹਦੇ ਵਿੱਚ ਮਿਲਦੀ ਹੈ। ਹੁਣ ਆਪਾਂ ਅੱਗੇ ਪੜ੍ਹਦੇ ਹਾਂ ਕਿ ਜਿਸ 'ਤੇ ਬੈਠਿਆਂ ਤੁਹਾਨੂੰ ਭੁਚਾਲ ਦੇ ਬਿਲਕੁਲ ਅਸਲੀ ਝਟਕਿਆਂ ਵਰਗਾ ਅਹਿਸਾਸ ਹੋਵੇਗਾ। ਇਸ ਸਿਮੂਲੇਟਰ ਦੇ ਸਾਹਮਣੇ ਲੱਗੀ ਸਕਰੀਨ 'ਤੇ ਦਿਖਾਇਆ ਜਾਂਦਾ ਹੈ ਕਿ ਜੇ ਤੁਸੀਂ ਘਰ ਦੀਆਂ ਵੱਖ-ਵੱਖ ਮੰਜ਼ਿਲਾਂ, ਵੱਖ-ਵੱਖ ਰੈਕਟਰ ਪੈਮਾਨਿਆਂ 'ਤੇ ਭੁਚਾਲ ਨੂੰ ਕਿੰਝ ਮਹਿਸੂਸ ਕਰਦੇ ਹੋ। ਇਹ ਬੇਟਾ ਜਿਵੇਂ ਅਸੀਂ ਥਰਮਾਮੀਟਰ ਕਹਿੰਦੇ ਹਾਂ ਟੈਂਪਰੇਚਰ ਮਾਪਣ ਵਾਲਾ, ਇਹ ਰੈਕਟਰ ਪੈਮਾਨਾ ਹੁੰਦਾ ਕਿ ਭੁਚਾਲ ਨੂੰ ਦੀ ਤੀਬਰਤਾ ਦੱਸਦਾ ਕਿ ਕਿੰਨੇ ਮਤਲਬ ਤੀਬਰਤਾ ਦਾ ਜਿਹੜਾ ਭੁਚਾਲ ਆਇਆ। ਹੁਣ ਵੱਖ-ਵੱਖ ਰੈਕਟਰ ਪੈਮਾਨਿਆਂ 'ਤੇ ਭੁਚਾਲ ਨੂੰ ਇੰਝ ਮਹਿਸੂਸ ਕਰਦੇ ਹੋ ਤੁਹਾਨੂੰ ਦੱਸਿਆ ਜਾਂਦਾ ਜਦੋਂ ਚੇਅਰ ਤੁਹਾਡੀ ਹਿੱਲਦੀ ਆ। ਇਸ ਸਿਮੂਲੇਟਰ ਦੇ ਬਾਹਰ ਦਰਸਾਇਆ ਗਿਆ ਹੈ ਕਿ ਭੁਚਾਲ ਆਉਣ 'ਤੇ ਇੱਕਦਮ ਕੀ ਕਰਨਾ ਚਾਹੀਦਾ ਹੈ। ਸੋ ਬੇਟਾ ਉੱਥੇ ਤੁਹਾਨੂੰ ਭੁਚਾਲ ਅਨੁਭਵ ਵੀ ਕਰਾਇਆ ਜਾਂਦਾ ਅਤੇ ਫਿਰ ਬਾਹਰ ਤੁਹਾਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਭੁਚਾਲ ਦੇ ਵਿੱਚ ਤੁਸੀਂ ਕਿਤੇ ਫਸ ਜਾਂਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਸਾਇੰਸ ਸਿਟੀ ਦਾ 3D ਸ਼ੋਅ ਵੀ ਕਮਾਲ ਦਾ ਹੈ। ਇਹ ਸ਼ੋਅ ਸਪੈਸ਼ਲ ਐਨਕਾਂ ਨਾਲ ਦੇਖਿਆ ਜਾਂਦਾ ਹੈ। ਇਸ ਥੀਏਟਰ ਵਿੱਚ ਬੈਠਿਆਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਤੁਹਾਨੂੰ ਛੂਹ ਰਹੇ ਹਨ। ਮੰਨ ਲਓ ਵੀ ਜੇਕਰ ਜੰਗਲ ਦੀ ਫਿਲਮ ਦਿਖਾਈ ਜਾ ਰਹੀ ਆ,
ਕੋਈ ਜਾਨਵਰ ਆ ਰਿਹਾ ਭੱਜਿਆ, ਮੰਨ ਲਓ ਹਾਥੀ ਆ ਰਿਹਾ, ਤੁਹਾਨੂੰ ਇੱਦਾਂ ਲੱਗੇ ਕਿ ਸਕਰੀਨ ਤੋਂ ਬਾਹਰ ਆ ਗਿਆ ਹਾਥੀ। ਜੇ ਕੋਈ ਉਹਦੇ ਵਿੱਚੋਂ ਕੋਈ ਬਾਜ ਜਾਂ ਈਗਲ, ਕੋਈ ਚਮਗਿੱਦੜ, ਕੋਈ ਚਮਚੜਕ ਉੱਡ ਰਹੀ ਆ, ਤਾਂ ਉਡਾਰੀ ਮਾਰਦੀ, ਤੁਹਾਨੂੰ ਇੰਝ ਪ੍ਰਤੀਤ ਹੋਗਾ ਵੀ ਤੁਹਾਡੇ ਚਿਹਰੇ ਦੇ ਕੋਲੋਂ ਦੀ ਟੱਚ ਕਰਕੇ ਲੰਘ ਗਈ। ਇੰਨਾ ਅੱਛਾ ਇੱਥੇ 3D ਸ਼ੋਅ ਵੀ ਚੱਲਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਸਾਇੰਸ ਸਿਟੀ ਵਿੱਚ ਲੇਜ਼ਰ ਦੀਆਂ ਕਿਰਨਾਂ 'ਤੇ ਆਧਾਰਿਤ ਲੇਜ਼ਰ ਸ਼ੋਅ ਵੀ ਦਿਖਾਇਆ ਜਾਂਦਾ ਹੈ। ਲੇਜ਼ਰ ਦੀ ਖੋਜ 1960 ਵਿੱਚ ਪ੍ਰਸਿੱਧ ਇੰਜੀਨੀਅਰ ਥਿਓਡਰ ਮੇਮਾਨ ਨੇ ਕੀਤੀ ਸੀ। ਅੱਜ ਕੱਲ੍ਹ ਦੇ ਆਧੁਨਿਕ ਯੁੱਗ ਵਿੱਚ ਲੇਜ਼ਰ ਉਦਯੋਗ ਅਤੇ ਮਨੁੱਖੀ ਜੀਵਨ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਆਨੰਦ ਦੇ ਨਾਲ ਨਾਲ ਲੇਜ਼ਰ ਅੱਖਾਂ ਦੇ ਰੈਟੀਨਾ ਦੀ ਵੈਲਡਿੰਗ, ਕੈਂਸਰ ਥੈਰੇਪੀ ਅਤੇ ਚੀਰਾ ਰਹਿਤ ਆਪਰੇਸ਼ਨ ਕਰਨ ਲਈ ਵਰਤੇ ਜਾਂਦੇ ਨੇ। ਸੋ ਬੇਟਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਲੇਜ਼ਰ ਦੇ ਨਾਲ ਅੱਜ ਕੱਲ੍ਹ ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਵੀ ਹੋਣ ਲੱਗ ਪਿਆ, ਕੈਂਸਰ ਦੀ ਥੈਰੇਪੀ ਵੀ ਲੇਜ਼ਰ ਦੇ ਨਾਲ ਹੁੰਦੀ ਆ, ਚੀਰਾ ਰਹਿਤ ਭਾਵ ਟੱਕ ਲਾਏ ਬਗੈਰ ਤੁਹਾਡੇ ਪੇਟ ਦੇ ਅੰਦਰ ਜੇਕਰ ਕਿਤੇ ਕੋਈ ਪਾਥਰੀ ਹੈ, ਕੋਈ ਸਟੋਨ ਹੈ, ਉਹਦਾ ਵੀ ਆਪਰੇਟ ਕਰਨ ਲੱਗ ਗਏ ਹਨ। ਸੋ ਬੇਟਾ, 1960 ਦੀ ਇਹ ਜਿਹੜੀ ਪ੍ਰਸਿੱਧ ਖੋਜ ਆ, ਉਸ ਨੂੰ ਕਿਵੇਂ ਭਾਰਤ ਦੇ ਵਿੱਚ ਅਤੇ ਵੱਖ-ਵੱਖ ਮੁਲਕਾਂ ਦੇ ਵਿੱਚ ਲੇਜ਼ਰ ਜਿਹੜੀ ਇਹ ਕਿਰਨਾਂ ਨੇ, ਇਹਦੇ ਨਾਲ ਕਿਵੇਂ ਮਨੁੱਖ ਦਾ ਫਾਇਦਾ ਵੀ ਹੁੰਦਾ, ਇਸ ਚੀਜ਼ ਦੀ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਆ। ਅਤੇ ਲੇਜ਼ਰ ਕਿਰਨਾਂ ਨਾਲ ਇੱਕ ਐਂਟਰਟੇਨਿੰਗ ਕਰਦਾ ਸ਼ੋਅ ਵੀ ਦਿੱਤਾ ਜਾਂਦਾ, ਦਿਖਾਇਆ ਜਾਂਦਾ ਤੁਹਾਨੂੰ, ਜਿਹਦੇ ਤੋਂ ਬੱਚੇ ਬਹੁਤ ਕੁਝ ਸਿੱਖਦੇ ਨੇ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਸਾਇੰਸ ਸਿਟੀ ਦੀ ਸਾਇੰਸ ਐਕਸਪਲੋਰੀਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ। ਹੁਣ ਬੇਟਾ ਅੱਗੇ ਅਸੀਂ ਗੱਲ ਕਰਦੇ ਹਾਂ, ਸਿਹਤ ਗੈਲਰੀ ਬਣੀ ਹੋਈ ਹੈ, ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਇਸ ਗੈਲਰੀ ਦੇ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਹੈ 12 ਫੁੱਟ ਉੱਚੇ ਦਿਲ ਦੇ ਮਾਡਲ ਉੱਪਰ, ਜਿਸ ਦੇ ਵਿੱਚੋਂ ਦੀ ਲੰਘਦਿਆਂ ਤੁਹਾਨੂੰ ਦਿਲ ਦੀ ਅਸਲੀ ਧੜਕਣ ਦੀ ਆਵਾਜ਼ ਸੁਣਾਈ ਦੇਵੇਗੀ। ਹੁਣ ਬੇਟਾ, ਇੱਥੇ ਹਿਊਮਨ ਹਾਰਟ ਦੀ 12 ਫੁੱਟ ਉੱਚੀ ਇੱਕ ਮਾਡਲ ਕਹਿ ਲਓ, ਇੱਕ ਮੂਰਤੀ ਕਹਿ ਲਓ, ਇੱਕ ਪ੍ਰੋਜੈਕਟ ਨੂੰ ਫਿੱਟ ਕੀਤਾ ਗਿਆ, ਇੱਕ ਐਸੀ ਤਸਵੀਰ ਦਿਖਾਈ ਗਈ ਆ। ਜਦੋਂ ਅਸੀਂ ਉਹਦੇ ਵਿੱਚ ਦੀ ਲੰਘਦੇ ਹਾਂ ਤਾਂ ਬੇਟਾ ਉੱਥੇ ਰੁਕ ਕੇ ਤੁਹਾਨੂੰ ਆਪਣੇ ਦਿਲ ਦੀ ਅਸਲ ਜੋ ਧੜਕਣ ਆ, ਜੋ ਆਵਾਜ਼ ਆ, ਉਹ ਇੱਦਾਂ ਸਾਊਂਡ ਸੁਣਾਈ ਦਿੰਦੀ ਆ ਜਿਵੇਂ ਸਾਡੀ ਬਾਡੀ ਦੇ ਅੰਦਰ ਸਾਡਾ ਦਿਲ ਧੜਕਦੇ ਸਮੇਂ ਆਵਾਜ਼ ਕਰਦਾ। ਸੋ ਇਸ ਤੋਂ ਇਲਾਵਾ ਇੱਥੇ ਪਾਰਦਰਸ਼ੀ ਮਨੁੱਖ ਥੀਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਕਿਰਿਆ ਦਾ ਪਤਾ ਲੱਗਦਾ। ਬਾਡੀ ਦੇ ਵੱਖ-ਵੱਖ ਜਿਹੜੇ ਪਾਰਟਸ ਨੇ, ਆਈਜ਼ ਆ, ਈਅਰ ਹੈ, ਸਾਡਾ ਹੈੱਡ ਆ, ਸਾਡਾ ਨੈਕ ਆ, ਸਾਡੀ ਪੂਰੀ ਬਾਡੀ ਦੇ ਵਿੱਚ ਕਿਹੜੇ ਬਾਡੀ ਪਾਰਟਸ ਕਿਸ ਤਰ੍ਹਾਂ ਕੰਮ ਕਰਦੇ ਨੇ, ਉਹਨਾਂ ਬਾਰੇ ਬਹੁਤ ਬਰੀਫਲੀ ਜਾਣਕਾਰੀ ਦਿੱਤੀ ਗਈ ਹੈ। ਸਾਡਾ ਦਿਲ ਵਿੱਚ ਕਿੰਨੀ ਵਾਰ ਧੜਕਦਾ ਹੈ, ਅਸੀਂ ਕਿੰਨੀ ਵਾਰ ਸਾਹ ਲੈਂਦੇ ਹਾਂ, ਇਸ ਬਾਰੇ ਇਹ ਪ੍ਰਦਰਸ਼ਨੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ। ਅਸੀਂ ਜਿੰਨੀ ਵਾਰ ਸਾਹ ਲੈਂਦੇ ਇਹਦੇ ਬਾਰੇ ਵੀ ਜਾਣਕਾਰੀ ਹੈ। ਇਸ ਬਾਰੇ ਪ੍ਰਦਰਸ਼ਨੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ। ਇਸ ਗੈਲਰੀ ਵਿੱਚ ਤੁਸੀਂ ਖੁਦ CT ਸਕੈਨ ਅਤੇ ਓਪਰੇਸ਼ਨ ਵੀ ਕਰਕੇ ਦੇਖ ਸਕਦੇ ਹੋ। CT ਸਕੈਨ ਦਾ ਮਾਡਲ CT ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਾ ਹੈ। ਸੋ ਬੇਟਾ, ਜਿਵੇਂ ਅੱਜ ਕੱਲ੍ਹ ਡਾਕਟਰ ਲਿਖਦੇ ਨੇ ਕਿ ਭਾਈ ਇਸ ਦਾ CT ਸਕੈਨ ਕਰਾ ਦਿਓ। CT ਸਕੈਨ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਇਹ ਸਾਡੀ ਬਾਡੀ ਲਈ ਕਦੋਂ ਇਸ ਦੀ ਨੀਡ ਹੁੰਦੀ ਹੈ, ਕਦੋਂ CT ਸਕੈਨ ਕਰਵਾਇਆ ਜਾਂਦਾ, ਅਤੇ CT ਸਕੈਨ ਦੇ ਜਿਹੜੇ ਰਿਜ਼ਲਟ ਨੇ ਉਹ ਕਿਸ ਤਰ੍ਹਾਂ ਆਉਂਦੇ ਨੇ, ਕਿਵੇਂ ਅਸੀਂ ਉਹਨਾਂ ਨੂੰ ਵੇਖ ਸਕਦੇ ਹਾਂ। ਬਟ ਇਹਦੀ ਬਹੁਤ ਸਾਰੀ ਜਾਣਕਾਰੀ ਆਪ ਜੀ ਨੂੰ ਉੱਥੇ ਦਿੱਤੀ ਜਾਂਦੀ ਹੈ। ਜਿਹੜੇ ਉੱਥੇ ਐਕਸਪਰਟ ਨੇ, ਤੁਸੀਂ ਉਹਨਾਂ ਤੋਂ ਸਵਾਲ ਵੀ ਕਰ ਸਕਦੇ ਹੋ, ਅਤੇ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਵੀ ਉੱਥੋਂ ਮਿਲ ਜਾਂਦੀ ਹੈ। HIV ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਇੱਥੇ ਇੱਕ ਵੱਖਰੀ ਕਿਸਮ ਦੀ ਗੈਲਰੀ ਬਣਾਈ ਗਈ ਹੈ, ਜਿਸ ਵਿੱਚ ਇਸ ਬਿਮਾਰੀ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਕ੍ਰੋਮੋਸੋਮ ਅਤੇ DNA ਆਦਿ ਦੇ ਮਾਡਲ ਵੀ ਰੱਖੇ ਗਏ ਹਨ। ਕ੍ਰੋਮੋਸੋਮ ਬੇਟਾ ਸਾਇੰਸ ਦੀਆਂ ਉਹ ਟੈਕਨੋਲਜੀਆਂ, DNA ਜਿੱਥੋਂ ਅਸੀਂ ਕਿਸੇ ਦੇ ਇਹ ਕਹਿ ਲਈਏ ਕਿ ਉਹਦੇ ਸਿਰ ਦੇ ਵਾਲ ਤੋਂ ਅਸੀਂ ਉਹਦੀ ਹੱਡੀ ਦੇ ਇੱਕ ਪੀਸ ਤੋਂ, ਉਹਦੇ ਨੇਲ ਤੋਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਇਹ ਨੇਲ, ਇਹ ਹੱਡੀ, ਇਹ ਵਾਲ ਕਿਸ ਮਨੁੱਖ ਦਾ ਹੈ। ਅੱਗੇ ਉਸਦੇ DNA ਤੋਂ ਅਸੀਂ ਉਹਨਾਂ ਦੇ ਪਿਛੋਕੜ, ਦਾਦੇ ਪੜਦਾਦਿਆਂ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ। ਸੋ ਸਾਇੰਸ ਦੀਆਂ ਜੋ ਕਾਢਾਂ ਨੇ ਉਹਨਾਂ ਬਾਰੇ ਇਸ ਸਾਇੰਸ ਸਿਟੀ ਦੇ ਵਿੱਚ ਬਹੁਤ ਬੜਮੁੱਲੀ ਜਾਣਕਾਰੀ ਆਪ ਜੀ ਨੂੰ ਮਿਲਦੀ ਹੈ। ਇੱਥੇ ਹੀ ਇੱਕ ਹੋਰ ਗੈਲਰੀ ਵਿੱਚ ਵਿਗਿਆਨ ਦੇ ਮੁੱਢਲੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਸਮਝਾਇਆ ਗਿਆ ਹੈ, ਜਿੱਥੇ
ਵੋਰਟੈਕਸ ਜਿਹਨੂੰ ਅਸੀਂ ਕਹਾਂਗੇ ਵੋਰਟੈਕਸ ਦੀ ਘੁੰਮਣ ਘੇਰੀ ਵਿੱਚ ਜਾ ਕੇ ਤੁਹਾਨੂੰ ਇੱਕ ਅਨੋਖੇ ਤਰ੍ਹਾਂ ਦਾ ਅਹਿਸਾਸ ਹੋਵੇਗਾ। ਤੁਸੀਂ ਇੰਝ ਮਹਿਸੂਸ ਕਰੋਗੇ ਜਿਵੇਂ ਘੁੰਮ ਰਹੇ ਹੋ, ਪਰ ਅਸਲ ਵਿੱਚ ਤੁਸੀਂ ਜਿਸ ਥਾਂ 'ਤੇ ਖੜ੍ਹੇ ਹੋ ਉਹ ਨਹੀਂ ਘੁੰਮ ਰਹੀ, ਸਿਰਫ ਉਸ ਦਾ ਆਲਾ ਦੁਆਲਾ ਹੀ ਘੁੰਮਦਾ ਹੈ। ਇਸ ਤੋਂ ਇਲਾਵਾ ਇੱਥੇ ਇੱਕ ਤਸਵੀਰ ਵਿੱਚੋਂ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਬਣਦੀਆਂ ਦਿਖਾਈ ਦਿੰਦੀਆਂ ਹਨ ਜਾਂ ਦਿਖਾਈਆਂ ਗਈਆਂ ਹਨ। ਇਸ ਦੇ ਬਿਲਕੁਲ ਨਾਲ ਹੀ ਵਰਚੁਅਲ ਰਿਐਲਿਟੀ ਗੈਲਰੀ ਹੈ। ਇੱਥੇ ਲਾਈ ਗਈ ਪ੍ਰਦਰਸ਼ਨੀ ਵਿੱਚ ਸਕਰੀਨ 'ਤੇ ਦਿਖਾਈ ਦਿੰਦੀਆਂ ਤਿਤਲੀਆਂ ਦੇ ਸਾਹਮਣੇ ਖੜ੍ਹੇ ਦਰਸ਼ਕ ਦੀ ਹਿਲ ਜੁਲ ਦੇ ਨਾਲ ਹਿਲਦੀਆਂ ਹਨ ਅਤੇ ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਤੁਹਾਡੇ ਉੱਪਰ ਆ ਕੇ ਬੈਠ ਗਈਆਂ ਹੋਣ। ਸੋ ਬੇਟਾ ਇੱਕ ਬਹੁਤ ਅੱਛੀ ਜਿਹੜੀ ਅਨੁਭਵ ਹੁੰਦੀ ਆ ਫੀਲਿੰਗ ਤੁਹਾਨੂੰ, ਅਤੇ ਜਦੋਂ ਤੁਸੀਂ ਉਹਨਾਂ ਤਿਤਲੀਆਂ ਦੇ ਅੱਗੇ ਖੜ੍ਹਦੇ ਹੋ ਤਾਂ ਤੁਹਾਡੀ ਹਿਲ ਜੁਲ ਨਾਲ ਤੁਹਾਨੂੰ ਇੰਝ ਮਹਿਸੂਸ ਹੁੰਦਾ ਕਿ ਤਿਤਲੀਆਂ ਤੁਹਾਡੇ ਆਲੇ ਦੁਆਲੇ ਉੱਡਦੀਆਂ ਨੇ, ਜਾਂ ਤੁਸੀਂ ਇਹਨਾਂ ਤਿਤਲੀਆਂ ਨੂੰ ਮਹਿਸੂਸ ਕਰਦੇ ਇਹਨਾਂ ਦੇ ਸਾਹਮਣੇ ਖੜ੍ਹ ਕੇ। ਇਸੇ ਤਰ੍ਹਾਂ ਹੀ ਇੱਕ ਹੋਰ ਪ੍ਰਦਰਸ਼ਨੀ ਵਿੱਚ ਦਿਖਾਈ ਦਿੰਦੇ ਦਿਲਕਸ਼ ਬੁਲਬੁਲਿਆਂ ਦੇ ਤੁਸੀਂ ਆਪਣੇ ਪਰਛਾਵੇਂ ਦੀ ਸਹਾਇਤਾ ਨਾਲ ਛੱਲੇ ਵੀ ਬਣਾ ਸਕਦੇ ਹੋ, ਜੋ ਕਿ ਇੱਕ ਚੁਣੌਤੀ ਭਰਪੂਰ ਕੰਮ ਹੈ। ਪਰਛਾਵਿਆਂ 'ਤੇ ਆਧਾਰਿਤ ਪ੍ਰਦਰਸ਼ਨੀਆਂ ਵਿੱਚ ਵਰਚੁਅਲ ਸੈਂਡ ਪ੍ਰਦਰਸ਼ਨੀ ਇੱਕ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਹੈ ਜੋ ਤੁਹਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਜਿਵੇਂ ਤੁਸੀਂ ਰੇਗਿਸਤਾਨ ਵਿੱਚ ਹੋ ਅਤੇ ਰੇਤ ਤੁਹਾਡੇ ਉੱਪਰ ਆ ਰਹੀ ਹੈ। ਇੱਥੇ ਤੁਸੀਂ ਰੇਤ ਨੂੰ ਵੱਖ-ਵੱਖ ਰੂਪਾਂ ਵਿੱਚ ਵੀ ਵੇਖ ਸਕਦੇ ਹੋ। ਇੱਥੇ ਚਮਤਕਾਰੀ ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ਲੱਕੜੀ ਦੇ ਫਰਸ਼ 'ਤੇ ਪੈਰ ਰੱਖਣ ਨਾਲ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਇਹਨਾਂ 'ਤੇ ਕਾਹਲੀ ਕਾਹਲੀ ਪੈਰ ਰੱਖੋਗੇ ਤਾਂ ਇਹ ਬੱਦਲਾਂ ਦਾ ਰੂਪ ਧਾਰਨ ਕਰ ਜਾਣਗੇ। ਇੱਥੇ ਤੁਸੀਂ ਮੇਕਅਪ ਨਾਲ ਸਿਰਫ 2 ਮਿੰਟ ਵਿੱਚ ਹੀ ਬੁੱਢੇ ਨੂੰ ਜਵਾਨ ਅਤੇ ਜਵਾਨ ਨੂੰ ਬੁੱਢੇ ਬਣਾ ਕੇ ਵੇਖ ਸਕਦੇ ਹੋ। ਸੋ ਬੇਟਾ ਇੱਥੇ ਜੇ ਅਸੀਂ ਮੇਕਅਪ ਦੀ ਗੱਲ ਕਰੀਏ, ਜਿਵੇਂ ਅਸੀਂ ਕਹਿੰਦੇ ਹਾਂ ਬਹੁਤ ਮੋਬਾਈਲਾਂ ਦੇ ਵਿੱਚ ਇਸ ਤਰ੍ਹਾਂ ਦੇ ਸੋਫਟਵੇਅਰ ਆਉਂਦੇ ਨੇ, ਤੁਸੀਂ ਆਪਣੀ ਫੋਟੋ ਖਿੱਚੋ ਤਾਂ ਉਹਨੂੰ ਕਨਵਰਟ ਕਰ ਦਿਓ ਕਿ 20 ਸਾਲਾਂ ਬਾਅਦ ਮੈਂ ਕਿੱਦਾਂ ਦਾ ਦੇਖਾਂਗਾ। ਸੋ ਬੇਟਾ ਇਸ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਅੱਜ ਆਈ ਆ, ਬਹੁਤ ਲੰਮਾ ਟਾਈਮ ਪਹਿਲਾਂ ਇਸ ਸਾਇੰਸ ਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਜੈਕਟ ਲੱਗ ਚੁੱਕਿਆ ਹੈ। ਸੋ ਆਓ ਅੱਗੇ ਪੜ੍ਹਦੇ ਹਾਂ ਕਿ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਇੱਥੇ 3 ਏਕੜ ਥਾਂ 'ਤੇ ਊਰਜਾ ਪਾਰਕ ਬਣਾਇਆ ਗਿਆ ਹੈ। 3 ਏਕੜ ਦੇ ਵਿੱਚ ਬੇਟਾ ਸਾਇੰਸ ਸਿਟੀ ਦੇ ਇਸ ਹਿੱਸੇ ਵਿੱਚ ਸਿਰਫ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ। ਇੱਥੇ ਅਜਿਹੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ ਹਨ ਜਿੱਥੇ ਸਾਨੂੰ ਸੂਰਜੀ ਊਰਜਾ ਵਰਤਣ ਦੀ ਸੇਧ ਮਿਲਦੀ ਹੈ, ਭਾਵ ਜਾਣਕਾਰੀ ਮਿਲਦੀ ਹੈ ਕਿ ਸੂਰਜ ਦੀ ਊਰਜਾ ਨੂੰ ਅਸੀਂ ਕਿਵੇਂ ਸਟੋਰ ਕਰ ਸਕਦੇ ਹਾਂ, ਇਹਦੀ ਸਹੀ ਯੋਗ ਵਰਤੋਂ ਕਿੱਦਾਂ ਕਰ ਸਕਦੇ ਹਾਂ। ਸੂਰਜ ਸ਼ਕਤੀ ਕੇਂਦਰ ਵਿੱਚ ਬੈਟਰੀਆਂ ਰੱਖੀਆਂ ਗਈਆਂ ਨੇ। ਸੂਰਜ ਸ਼ਕਤੀ ਦਾ ਜਿਹੜਾ ਕੇਂਦਰ ਆ ਉਹਦੇ ਸੈਂਟਰ 'ਚ ਬੈਟਰੀਆਂ ਰੱਖੀਆਂ ਗਈਆਂ ਹਨ ਜੋ ਕਿ ਸੂਰਜੀ ਊਰਜਾ ਨੂੰ ਸਟੋਰ ਕਰਕੇ ਰੱਖਦੀਆਂ ਨੇ। ਸਟੋਰ ਬੇਟਾ ਜਿਵੇਂ ਅਸੀਂ ਕਹਿੰਦੇ ਜਮ੍ਹਾਂ ਕਰ ਲੈਂਦੇ ਨੇ ਬਿਜਲੀ ਨੂੰ, ਸੂਰਜ ਦੀ ਊਰਜਾ ਨੂੰ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੂਰਜ ਨਾ ਚੜ੍ਹਨ 'ਤੇ ਵੀ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ। ਉਹ ਬੇਟਾ ਸਟੋਰੇਜ ਕਰਕੇ ਵੀ ਆਪਾਂ ਬਿਜਲੀ ਨੂੰ ਸਟੋਰ ਕਰ ਲੈਂਦੇ ਹਾਂ। ਮੰਨ ਲਓ ਅਗਲੇ ਦਿਨ ਬੱਦਲ ਨੇ ਕਿ ਸੂਰਜ ਨਹੀਂ ਚੜ੍ਹਿਆ ਤਾਂ ਅਸੀਂ ਫਿਰ ਵੀ ਉਸ ਬਿਜਲੀ ਦੀ ਵਰਤੋਂ ਕਰ ਲਵਾਂਗੇ। ਅੱਗੇ ਹੈ ਬੇਟਾ ਸੰਗੀਤਕ ਕੁਰਸੀ 'ਤੇ ਬੈਠਦਿਆਂ ਹੀ ਇੱਥੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਇੱਕ ਮਿੱਠੀ ਜਿਹੀ ਸੰਗੀਤਕ ਧੁਨ ਸੁਣਾਈ ਦੇਵੇਗੀ। ਇਹ ਇੱਕ ਅਦਭੁਤ ਨਜ਼ਾਰਾ ਹੈ। ਇਸ ਦੇ ਹੇਠਾਂ ਖੜ੍ਹੇ ਹਾਥੀ ਦੀ ਸੁੰਡ 'ਤੇ ਪਾਣੀ ਪਾਉਣ ਨਾਲ ਹਾਥੀ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ। ਇਹ ਵੀ ਬੇਟਾ ਉੱਥੋਂ ਪ੍ਰਦਰਸ਼ਨੀ ਜਦੋਂ ਅਸੀਂ ਦੇਖਦੇ ਹਾਂ, ਵੱਖ-ਵੱਖ ਗੈਲਰੀਆਂ ਘੁੰਮਦੇ ਹਾਂ, ਬਹੁਤ ਦਿਲ ਨੂੰ ਲੁਭਾਵਣਾ ਮਾਹੌਲ ਹੁੰਦਾ ਹੈ ਜਦੋਂ ਅਸੀਂ ਇੱਕ ਸਿੱਖਣ ਦੇ ਪਰਪਸ ਤੋਂ ਸਾਇੰਸ ਸਿਟੀ ਦੇ ਵਿੱਚ ਘੁੰਮਦੇ ਹਾਂ ਅਤੇ ਉੱਥੋਂ ਦੀ ਵੱਖ-ਵੱਖ ਗੈਲਰੀਆਂ ਦਾ ਆਨੰਦ ਮਾਣਦੇ ਹਾਂ। ਅੱਗੇ ਹੈ ਬੇਟਾ ਪਣ ਸ਼ਕਤੀ ਕੇਂਦਰ ਊਰਜਾ ਪਾਰਕ ਦਾ ਮੁੱਖ ਆਕਰਸ਼ਣ ਹੈ। ਪਣ ਸ਼ਕਤੀ ਜਿਹਨੂੰ ਅਸੀਂ ਕਹਿੰਦੇ ਹਾਂ, ਇੱਥੇ ਰੱਖਿਆ ਗਿਆ ਰਣਜੀਤ ਸਾਗਰ ਡੈਮ ਦਾ ਮਾਡਲ। ਬੇਟਾ ਉੱਪਰ ਸੂਰਜ ਦੀ ਸ਼ਕਤੀ ਨੂੰ ਵੀ ਦਰਸਾਇਆ ਗਿਆ ਅਤੇ ਪਾਣੀ ਦੀ ਸ਼ਕਤੀ ਨੂੰ। ਪਾਣੀ ਦੀ ਸ਼ਕਤੀ ਕੀ ਹੈ? ਰਣਜੀਤ ਸਾਗਰ ਡੈਮ ਦਾ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੱਥੇ ਵੱਖ-ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਪਰਮਾਣੂ ਸ਼ਕਤੀ ਕੇਂਦਰ ਵਿੱਚ ਇਹ ਦੱਸਿਆ ਗਿਆ ਹੈ ਕਿ ਪਰਮਾਣੂ ਸ਼ਕਤੀ ਸਿਰਫ ਬੰਬ ਬਣਾਉਣ ਲਈ ਹੀ ਨਹੀਂ, ਸਗੋਂ ਇਹ ਬਹੁਤ ਥਾਵਾਂ 'ਤੇ ਸਾਡੀ ਭਲਾਈ ਲਈ ਵੀ ਵਰਤੀ ਜਾਂਦੀ ਹੈ। ਸੋ ਬੇਟਾ ਸਾਡੇ ਦਿਮਾਗ ਦੇ ਵਿੱਚ ਕਈ ਵਾਰੀ ਇੱਦਾਂ ਦਾ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਪਰਮਾਣੂ ਸ਼ਕਤੀ ਹੈ ਸਿਰਫ ਬਰਬਾਦੀ ਅਤੇ ਤਬਾਹੀ ਲਈ ਹੈ, ਪਰ ਇੱਥੇ ਬੇਟਾ ਦੇ ਜਿਹੜੇ ਅਰਥ ਉਹ ਵੀ ਸਮਝਾਏ ਗਏ ਨੇ ਕਿ ਕਿਵੇਂ ਇਹ ਸਾਡੇ ਲਈ ਕਾਰਗਰ ਵੀ ਸਿੱਧ ਹੁੰਦੀ ਹੈ। ਅੱਗੇ ਪੜ੍ਹਦੇ ਹਾਂ ਕਿ ਸਾਇੰਸ ਸਿਟੀ ਵਿੱਚ ਬਣੀ ਝੀਲ ਦੇ ਵਿਚਕਾਰ ਇੱਕ ਟਾਪੂ ਬਣਾਇਆ ਗਿਆ ਹੈ, ਜਿਸ 'ਤੇ ਡਾਇਨਾਸੌਰਾਂ ਦੇ ਲਗਭਗ 44 ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ। ਸੋ ਬੇਟਾ ਤੁਸੀਂ ਇਹ ਜਦੋਂ ਚੈਪਟਰ ਨੂੰ ਪੜ੍ਹੋਗੇ ਇਹਦੇ ਵਿੱਚ ਡਾਇਨਾਸੌਰ ਦੇ ਚਿੱਤਰ ਤੁਸੀਂ ਵੇਖ ਰਹੇ ਹੋ, ਅਤੇ ਵੱਖ-ਵੱਖ ਡਾਇਨਾਸੌਰਾਂ ਦੇ ਚਿੱਤਰ ਨੇ ਜਿਹਨਾਂ ਨੂੰ ਅਸੀਂ ਜੁਰਾਸਿਕ ਪਾਰਕ ਦੇ ਰੂਪ ਦੇ ਵਿੱਚ ਇੱਕ ਅੰਦਰ ਪਾਰਕ ਦੇ ਵਿੱਚ ਜਾਓਗੇ ਇਹਨਾਂ ਡਾਇਨਾਸੌਰਾਂ ਦੀ ਸਾਊਂਡਸ ਵੀ ਤੁਹਾਨੂੰ ਸੁਣਾਈ ਦਿੰਦੀ ਆ, ਅਤੇ ਡਾਇਨਾਸੌਰਾਂ ਦੇ ਅਲੋਪ ਹੋਣ ਦੇ ਕਾਰਨ ਅਤੇ ਉਸ ਟਾਈਮ ਦਾ ਜਿਹੜਾ ਇਨਵਾਇਰਮੈਂਟ ਕਿਸ ਤਰ੍ਹਾਂ ਦੇ ਸੀ ਉਹਦੇ 'ਤੇ ਵੀ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਉੱਥੋਂ ਮਿਲਦੀ ਹੈ। ਫਾਈਬਰ ਦੇ ਬਣੇ ਇਹ ਮਾਡਲ ਜਿਹੜੇ 44 ਮਾਡਲ ਬੇਟਾ ਬਣੇ ਨੇ, ਫਾਈਬਰ ਦੇ ਬਣੇ ਇਹ ਮਾਡਲ ਲਗਭਗ ਕੁਦਰਤੀ ਲੱਗਦੇ ਹਨ। ਤੁਹਾਨੂੰ ਦੇਖਣ ਨੂੰ ਬੇਟਾ ਇੱਦਾਂ ਲੱਗੂਗਾ ਕਿ ਜਿਵੇਂ ਤੁਸੀਂ ਨਾ ਆਪਣੇ ਹੱਥਾਂ 'ਤੇ ਸਟੀਕਰ ਛਾਪਦੇ ਹੋ ਡਾਇਨਾਸੌਰਾਂ ਦੇ, ਇਹ ਬਿਲਕੁਲ ਉਸੇ ਤਰ੍ਹਾਂ ਦੇ ਪ੍ਰਤੀਤ ਨਜ਼ਰ ਆਉਣਗੇ ਕਿ ਜਿਹੜੇ ਸਾਡੇ ਹੱਥਾਂ 'ਤੇ ਛਾਪੇ ਹੋਏ ਸਟੀਕਰ ਨੇ ਇਹ ਤਾਂ ਬਿਲਕੁਲ ਉਹੀ ਡਾਇਨਾਸੌਰ ਆ ਜਿਹੜਾ ਸਾਡੇ ਸਾਹਮਣੇ ਖੜ੍ਹਾ। ਵੱਖ-ਵੱਖ ਡਾਇਨਾਸੌਰ ਨੇ, ਬਹੁਤ ਸੋਹਣੇ ਮਾਡਲ ਨੇ ਬੇਟਾ। ਉੱਥੇ ਜਾਓਗੇ ਤੁਹਾਡਾ ਮਨ ਦਿਲ ਚਿੱਤ ਖੁਸ਼ ਹੋ ਜਾਏਗਾ ਦੇਖ ਕੇ। ਫਾਈਬਰ ਦੇ ਬਣੇ ਇਹ ਮਾਡਲ ਲਗਭਗ ਕੁਦਰਤੀ ਲੱਗਦੇ ਹਨ। ਇਸ ਪਾਰਕ ਵਿੱਚ ਪੌਦੇ ਵੀ ਉਸ ਸਮੇਂ ਦੇ ਹੀ ਲਾਉਣ ਦਾ ਯਤਨ ਕੀਤਾ ਗਿਆ ਹੈ ਜਿਹੜੇ ਉਹਨਾਂ ਡਾਇਨਾਸੌਰਾਂ ਦੇ ਸਮੇਂ ਹੁੰਦੇ ਸੀ। ਡਾਇਨਾਸੌਰਾਂ ਦਾ ਅੰਤ ਕਿਵੇਂ ਹੋਇਆ, ਇਸ ਪਿੱਛੇ ਬਹੁਤ ਸਾਰੀਆਂ ਥਿਊਰੀਆਂ ਕੰਮ ਕਰਦੀਆਂ ਹਨ, ਪਰ ਪ੍ਰਚਲਿਤ ਸਿਧਾਂਤ ਦੇ ਮੁਤਾਬਕ ਇਹਨਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਕਾਰਨ ਅਤੇ ਵਾਤਾਵਰਨ ਠੀਕ ਨਾ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਕਰਕੇ ਹੀ ਸਾਇੰਸ ਸਿਟੀ ਵਿੱਚ ਜਵਾਲਾਮੁਖੀ ਦਾ ਇੱਕ ਵਿਸ਼ਾਲ ਮਾਡਲ ਬਣਾਇਆ ਗਿਆ ਹੈ ਅਤੇ ਇਸ ਦੇ ਅੰਦਰ ਹਿਲਦੇ ਜੁਲਦੇ ਡਾਇਨਾਸੌਰ ਲਾਏ ਗਏ ਹਨ। ਇਹਨਾਂ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਜਿਵੇਂ ਇਹ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ। ਸੋ ਬੇਟਾ ਜਦੋਂ ਤੁਸੀਂ ਨਾ ਇੱਥੇ ਜੁਰਾਸਿਕ ਪਾਰਕ ਦੇ ਅੰਦਰ ਜਾਓਗੇ ਅਤੇ ਉੱਥੇ ਜਿਹੜਾ ਇਹ ਤੁਹਾਨੂੰ ਦੱਸਿਆ ਗਿਆ ਕਿ ਬੇਟਾ ਇਹਦੇ ਵਿੱਚ ਇੱਕ ਜਵਾਲਾਮੁਖੀ ਬਣਾਈ ਗਈ ਆ ਅਤੇ ਉਸ ਟਾਈਮ ਦੇ ਰੁੱਖ ਬੂਟੇ ਲਾਏ ਗਏ ਨੇ। ਉਸ ਟਾਈਮ ਦੇ ਵਿੱਚ ਕਿਹੜੀਆਂ ਪ੍ਰਜਾਤੀਆਂ ਦੇ ਬੇਟਾ ਡਾਇਨਾਸੌਰ ਸੀ ਉਹ ਵਰਕਿੰਗ ਮਾਡਲ ਨੇ। ਆਵਾਜ਼ਾਂ ਵੀ ਸਾਊਂਡਸ ਵੀ ਉਹਨਾਂ ਦੀਆਂ ਤੁਸੀਂ ਅੰਦਰ ਜਾ ਕੇ ਸੁਣਾਈ ਦੇਣਗੀਆਂ। ਅਤੇ ਉਸੇ ਤਰ੍ਹਾਂ ਜੰਗਲ ਦੇ ਵਿੱਚ ਜਿਵੇਂ ਅਸੀਂ ਜਾਂਦੇ ਹਾਂ, ਜਿਵੇਂ ਅਸੀਂ ਜੁਰਾਸਿਕ ਪਾਰਕ ਫਿਲਮ ਦੇਖਦੇ ਹਾਂ ਕਿ ਕਿਵੇਂ ਉਹ ਪਾਰਕ ਦੇ ਅੰਦਰ ਵਿਸ਼ਾਲਕਾਏ ਜੀਵ ਰਹਿੰਦੇ ਸੀ, ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਾਊਂਡਸ ਹੋਣਗੀਆਂ। ਸੋ ਬੇਟਾ ਜਿਸ ਤਰ੍ਹਾਂ ਉਹਨਾਂ ਦੀਆਂ ਹੱਡੀਆਂ ਜਾਂ ਉਹਨਾਂ ਦੇ ਕੰਕਾਲ ਮਿਲੇ ਨੇ, ਉਹਨਾਂ ਕੰਕਾਲਾਂ ਦੇ ਆਧਾਰ 'ਤੇ ਬੇਟਾ ਇਹ ਮਾਡਲ ਬਣਾਏ ਗਏ ਨੇ। ਅਤੇ ਜਦੋਂ ਤੁਸੀਂ ਉਹਨਾਂ ਮਾਡਲਾਂ ਨੂੰ ਵੇਖਦੇ ਹੋ ਤਾਂ ਤੁਹਾਨੂੰ ਇੱਕ ਵਾਰ ਇੰਝ ਪ੍ਰਤੀਤ ਹੁੰਦਾ ਕਿ ਅਸਲੀ ਡਾਇਨਾਸੌਰ ਹੀ ਤੁਹਾਡੇ ਸਾਹਮਣੇ ਖੜ੍ਹੇ ਨੇ। ਸੋ ਇਹ ਬਹੁਤ ਇੰਟਰਸਟਿੰਗ ਬੇਟਾ ਪਾਰਟ ਹੈ ਉੱਥੋਂ ਦਾ ਸਾਇੰਸ ਸਿਟੀ ਦਾ, ਸਾਨੂੰ ਇਸ ਚੀਜ਼ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਰੱਖਿਆ ਗਿਆ MiG-23 23 ਅਗਸਤ 1980 ਵਿੱਚ ਬਣਾਇਆ ਗਿਆ ਹੈ ਅਤੇ 1981-82 ਵਿੱਚ ਭਾਰਤੀ ਹਵਾਈ ਫੌਜ ਨੂੰ ਸੌਂਪਿਆ ਗਿਆ। ਇਸ ਨੂੰ ਆਪਰੇਸ਼ਨ ਬ੍ਰਾਸਟੈਕ ਅਤੇ ਕਾਰਗਿਲ ਦੀ ਲੜਾਈ ਵਿੱਚ ਵਰਤਿਆ ਗਿਆ। ਹੁਣ ਬੇਟਾ ਇਹ ਮਿਗ ਇੱਕ ਜਹਾਜ਼ ਆ ਜਿਹੜਾ ਅਸੀਂ ਲੜਾਕੂ ਜਹਾਜ਼ ਦੇਖਦੇ ਹਾਂ, ਮਿਗ ਜਹਾਜ਼। ਇਹ ਕਿਹਾ ਜਾਂਦਾ ਬੇਟਾ ਕਿ 23 ਇਹਨੂੰ ਅਗਸਤ 1980 ਦੇ ਵਿੱਚ ਬਣਾਇਆ ਗਿਆ ਅਤੇ 81-82 ਦੇ ਵਿੱਚ ਭਾਰਤੀ ਫੌਜ ਨੂੰ ਬੇਟਾ ਇਹ ਜਹਾਜ਼ ਨੂੰ ਦੇ ਦਿੱਤਾ ਗਿਆ। ਉਹਦਾ ਮਾਡਲ ਆ ਬੇਟਾ ਉੱਥੇ ਖੜ੍ਹਾ, ਤੁਸੀਂ ਦੇਖੋਗੇ ਬਹੁਤ ਲੁਭਾਵਣਾ ਲੱਗਦਾ, ਤੁਹਾਨੂੰ ਇਹ 'ਚ ਲੱਗਦਾ ਅਸਲੀ ਦਾ ਜਹਾਜ਼ ਖੜ੍ਹਾ। ਇਹ ਕਹਿੰਦੇ ਆਪਰੇਸ਼ਨ ਬ੍ਰਾਸਟੈਕ ਅਤੇ ਕਾਰਗਿਲ ਦੀ ਲੜਾਈ ਵਿੱਚ ਇਹ ਜਹਾਜ਼ ਨੂੰ ਵਰਤਿਆ ਗਿਆ ਸੀ। ਇੱਥੇ ਰੱਖਿਆ ਗਿਆ ਵਿਜੇ ਅੰਤਾ ਟੈਂਕ, ਭਾਰਤ ਦਾ ਬਣਿਆ ਸੁਦੇਸੀ ਟੈਂਕ ਹੈ। ਉੱਥੇ ਬੇਟਾ ਇੱਕ ਟੈਂਕ ਖੜਾਇਆ ਗਿਆ ਜਿਹਦਾ ਨਾਮ ਕੀ ਹੈ, ਵਿਜੇ ਅੰਤਾ ਟੈਂਕ ਆ। ਅਤੇ ਮਿਗ ਜਿਹੜਾ ਉੱਥੇ ਜਹਾਜ਼ ਹੈ ਉਹਦੇ ਮਾਡਲ ਦੇਖੋਗੇ ਬੇਟਾ ਜਦੋਂ ਤੁਸੀਂ ਜਾਓਗੇ। ਇਹ ਬੇਟਾ ਜਿਹੜਾ ਟੈਂਕ ਆ ਇਹ ਭਾਰਤ ਦਾ ਸੁਦੇਸੀ ਤੋਂ ਭਾਵ ਵੀ ਆਪਣੇ ਦੇਸ਼ ਦਾ ਬਣਾਇਆ ਹੈ। ਇਹ ਟੈਂਕ 1971 ਦੀ ਜੰਗ ਵਿੱਚ ਵਰਤੇ ਗਏ ਸਨ।
ਸੋ ਜਿਹੜੀ ਬੇਟਾ ਸਾਡੀ 1971 ਦੇ ਵਿੱਚ ਜੰਗ ਲੱਗਦੀ ਹੈ ਭਾਰਤ ਦੀ ਪਾਕਿਸਤਾਨ ਦੇ ਨਾਲ, ਅਤੇ ਉਸ ਜੰਗ ਦੇ ਵਿੱਚ ਜਿਹੜਾ ਇਹ ਟੈਂਕ ਸੀਗਾ ਉਹਨਾਂ ਨੂੰ ਵਰਤਿਆ ਗਿਆ। ਜਹਾਜ਼ ਵਿੱਚ ਬੈਠਣ ਦੀ ਇੱਛਾ ਅੱਜ ਹਰ ਵਿਅਕਤੀ ਦੀ ਹੈ, ਪਰ ਪੂਰੀ ਕਿਸੇ ਦੀ ਹੀ ਹੁੰਦੀ ਹੈ। ਸਾਇੰਸ ਸਿਟੀ ਵਿੱਚ ਰੱਖਿਆ ਗਿਆ ਸਵਾਤੀ LT ਹਵਾਈ ਜਹਾਜ਼ ਇੱਥੇ ਆਉਣ ਵਾਲਿਆਂ ਦੀ ਇਹ ਇੱਛਾ ਪੂਰੀ ਕਰਦਾ ਹੈ। ਇਹ ਜਹਾਜ਼ ਪੰਜਾਬ ਸਰਕਾਰ ਨੇ ਸਾਇੰਸ ਸਿਟੀ ਨੂੰ ਤੋਹਫੇ ਵਜੋਂ ਦਿੱਤਾ ਹੈ। ਇਸ ਦੀ ਵਰਤੋਂ ਜਹਾਜ਼ ਚਾਲਕਾਂ ਦੀ ਟ੍ਰੇਨਿੰਗ ਲਈ ਕੀਤੀ ਜਾਂਦੀ ਹੈ। ਸੋ ਬੇਟਾ ਇਹਦੇ ਜਹਾਜ਼ ਦੇ ਮਾਡਲ ਦੇ ਜਦੋਂ ਤੁਸੀਂ ਅੰਦਰ ਜਾਂਦੇ ਹੋ ਤਾਂ ਜਹਾਜ਼ ਦੇ ਵਿੱਚ ਕਿਸ ਤਰ੍ਹਾਂ ਅਸੀਂ ਵੜਦੇ ਹਾਂ, ਕਿਸ ਤਰ੍ਹਾਂ ਦੀ ਐਂਟਰੀ ਹੁੰਦੀ ਆ, ਕਿੱਥੋਂ ਕੀ ਆ, ਜਿਹੜੇ ਵਿਅਕਤੀ ਕੋਈ ਵੀ ਜਹਾਜ਼ ਦੇ ਵਿੱਚ ਨਹੀਂ ਚੜ੍ਹੇ ਉਹ ਇਸ ਮਾਡਲ ਦੇ ਵਿੱਚ ਜਦੋਂ ਤੁਸੀਂ ਪ੍ਰਵੇਸ਼ ਕਰੋਗੇ ਤਾਂ ਤੁਹਾਨੂੰ ਜਹਾਜ਼ ਦੇ ਅੰਦਰ ਦੀ ਹਰ ਇੱਕ ਚੀਜ਼ ਬਾਰੇ ਮੋਟੀ ਜਾਣਕਾਰੀ ਮਿਲ ਜਾਏਗੀ। ਸੋ ਜਿਹੜੇ ਨਵੇਂ ਟ੍ਰੇਨਰ ਹੁੰਦੇ ਨੇ ਜਹਾਜ਼ ਦੇ ਵਿੱਚ, ਉਹਨਾਂ ਨੇ ਕਿਵੇਂ ਚੜ੍ਹਨਾ, ਕਿਵੇਂ ਬੈਠਣਾ, ਕਿੱਥੇ ਕੀ ਆ, ਉਸ ਚੀਜ਼ ਦੀ ਜਿਹੜੀ ਜਾਣਕਾਰੀ ਹੈ ਬੇਟਾ ਤੁਹਾਨੂੰ ਇਸ ਮਾਡਲ ਤੋਂ ਬਹੁਤ ਚੰਗੀ ਤਰ੍ਹਾਂ ਮਿਲ ਜਾਂਦੀ ਹੈ। ਇਹਦਾ ਨਾਮ ਹੈ ਸਵਾਤੀ LT। ਜਿਵੇਂ ਉੱਪਰ ਅਸੀਂ ਪੜ੍ਹਿਆ ਮਿਗ ਲੜਾਕੂ ਜਹਾਜ਼ ਹੈ ਨਾ, ਵਿਜੇਅੰਤਾ ਟੈਂਕ, ਅਤੇ ਇੱਕ ਜਿਹੜਾ ਹਵਾਈ ਜਹਾਜ਼ ਆ ਬੇਟਾ ਉਹਦਾ ਨਾਮ ਹੈ ਸਵਾਤੀ LT। ਸੋ ਬੇਟਾ ਇਸ ਨੂੰ ਪੰਜਾਬ ਗੌਰਮੈਂਟ ਨੇ ਇਸ ਸਾਇੰਸ ਸਿਟੀ ਦੇ ਵਿੱਚ ਇੱਕ ਤੋਹਫੇ ਦੇ ਤੌਰ 'ਤੇ ਜਹਾਜ਼ ਨੂੰ ਦਿੱਤਾ ਸੀ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਸਾਇੰਸ ਸਿਟੀ ਵੱਲੋਂ ਰਾਤ ਦਾ ਆਕਾਸ਼ ਬੱਚਿਆਂ ਨੂੰ ਟੈਲੀਸਕੋਪ ਰਾਹੀਂ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਬੇਟਾ ਇਹ ਜਿਵੇਂ ਅਸੀਂ ਟੈਲੀਸਕੋਪ ਕਹਿੰਦੇ ਹਾਂ ਕਿ ਜਿਹਦੇ ਨਾਲ ਅਸੀਂ ਤਾਰਿਆਂ ਦੀ ਦੁਨੀਆ ਨੂੰ ਵੇਖ ਸਕਦੇ ਹਾਂ। ਜੇ ਅਸੀਂ ਮੋਟੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਕਿ ਸਾਇੰਸ ਸਿਟੀ ਵੱਲੋਂ ਰਾਤ ਦਾ ਆਕਾਸ਼ ਬੱਚਿਆਂ ਨੂੰ ਟੈਲੀਸਕੋਪ ਰਾਹੀਂ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚੇ ਇੱਥੇ ਸ਼ਾਮ ਨੂੰ ਚੰਦਰਮਾ ਅਤੇ ਹੋਰ ਗ੍ਰਹਿਆਂ ਨੂੰ ਬਿਲਕੁਲ ਨੇੜੇ ਤੋਂ ਦੇਖ ਸਕਦੇ ਨੇ। ਸੋ ਬੇਟਾ ਇੱਥੇ ਟੈਲੀਸਕੋਪ ਵੀ ਲੱਗਿਆ। ਜੇਕਰ ਅਸੀਂ ਟੂਰ 'ਤੇ ਜਾਂਦੇ ਹਾਂ ਵੀ ਸ਼ਾਮ ਦੇ ਵੇਲੇ ਅਸੀਂ ਉੱਥੋਂ ਚੱਲਦੇ ਹਾਂ ਮੂੰਹ ਹਨੇਰੇ ਬੇਟਾ, ਜੇ ਅਸੀਂ ਰਾਤ ਦਾ ਜਿਹੜਾ ਦ੍ਰਿਸ਼ ਦੇਖਣਾ ਹੋਵੇ ਤਾਂ ਚੰਦਰਮਾ ਤੋਂ ਬਿਨਾਂ ਹੋਰ ਗ੍ਰਹਿਆਂ ਨੂੰ ਵੀ ਬਿਲਕੁਲ ਨੇੜੇ ਤੋਂ ਤੁਸੀਂ ਇਸ ਟੈਲੀਸਕੋਪ ਦੇ ਰਾਹੀਂ ਦੇਖ ਸਕਦੇ ਹੋ। ਸਾਇੰਸ ਸਿਟੀ ਵਿੱਚ ਸਾਇੰਸ ਆਫ ਸਪੋਰਟਸ ਗੈਲਰੀ ਵੀ ਹੈ। ਇਹ ਗੈਲਰੀ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਕ ਸਿਧਾਂਤਾਂ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਕ੍ਰਿਕਟ ਵਿੱਚ ਬਾਲ ਕਿਵੇਂ ਸਪਿਨ ਹੁੰਦੀ ਹੈ ਸਮੇਤ ਸਾਰੀਆਂ ਖੇਡਾਂ ਜਿਵੇਂ ਹਾਕੀ, ਬਾਸਕਟਬਾਲ, ਵਾਲੀਬਾਲ ਆਦਿ ਪਿੱਛੇ ਕੰਮ ਕਰਦੇ ਵਿਗਿਆਨਕ ਸਿਧਾਂਤਾਂ ਨੂੰ ਇੱਥੇ ਵਿਸਤ੍ਰਿਤ ਰੂਪ ਵਿੱਚ ਸਮਝਾਇਆ ਗਿਆ ਹੈ। ਸੋ ਬੇਟਾ ਸਾਇੰਸ ਆ ਜਿਹੜਾ, ਜਿਵੇਂ ਅਸੀਂ ਸਪੋਰਟਸ ਸਾਇੰਸ ਵੀ ਦੱਸੀ ਗਿਆ। ਜਿਵੇਂ ਬੇਟਾ ਕ੍ਰਿਕਟ ਦੇ ਵਿੱਚ ਜਿਹੜਾ ਸ਼ੈਨਬੋਰਨ ਹੈ ਨਾ, ਅਨਿਲ ਕੁੰਬਲੇ ਆ ਭਾਰਤੀ ਪਲੇਅਰ, ਵੀ ਉਹ ਕਿਵੇਂ ਸਵਿੰਗ ਕਰਾਉਂਦੇ ਨੇ, ਸਪਿਨ ਕਿਵੇਂ ਹੁੰਦੀ ਹੈ ਗੇਂਦ, ਵੀ ਜਿਵੇਂ ਅਸੀਂ ਉਹ ਹੱਥ ਦੇ ਵਿੱਚ ਇਸ ਤਰ੍ਹਾਂ ਘੁਮਾ ਕੇ ਸਿੱਟਦੇ ਨੇ ਕਿ ਉਹਦੇ ਪਿੱਛੇ ਕਿਹੜਾ ਸਿਧਾਂਤ ਕੰਮ ਕਰਦਾ ਕਿ ਉਹ ਜੇ ਰਾਈਟ ਸਾਈਡ ਨੂੰ ਉਹਨੂੰ ਘੁਮਾਉਂਦੇ ਨੇ ਤਾਂ ਉਹ ਟਰਨ ਕਿਸ ਸਾਈਡ ਨੂੰ ਕਰੇਗੀ। ਸੋ ਬੇਟਾ ਇਹ ਕ੍ਰਿਕਟ ਦੇ ਵੀ ਜੋ ਰੂਲ ਨੇ, ਹਾਕੀ ਦੇ, ਬਾਸਕਿਟਬਾਲ ਦੇ, ਵੀ ਗੇਂਦ ਕਿਵੇਂ ਰਫਤਾਰ ਫੜਦੀ ਆ ਜਾਂ ਸਪੀਡ ਕੀ ਚੀਜ਼ ਆ, ਸਟੋਕ ਕੀ ਚੀਜ਼ ਆ, ਹਰ ਇੱਕ ਚੀਜ਼ ਦਾ ਵਿਗਿਆਨਿਕ ਢੰਗ ਨਾਲ ਐਨਾਲਾਈਜ਼ ਕਰਕੇ ਤੁਹਾਨੂੰ ਉੱਥੇ ਵਿਸਤ੍ਰਿਤ ਰੂਪ ਵਿੱਚ ਸਮਝਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰੇਲਵੇ ਗੈਲਰੀ ਵਿੱਚ ਦਿੱਲੀ ਦੀ ਮੈਟਰੋ, ਜਾਪਾਨ ਦੀ ਬੁਲਟ ਟ੍ਰੇਨ, ਕਾਲਕਾ ਦੀ ਸ਼ਿਮਲਾ ਰੇਲ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ। ਸੋ ਬੇਟਾ ਜਿਵੇਂ ਅਸੀਂ ਕਹਿੰਦੇ ਕਿ ਸਾਡੇ ਦਿੱਲੀ ਦੇ ਵਿੱਚ ਜਿਹੜੀ ਟ੍ਰੇਨ ਆ ਹੈ ਨਾ, ਉਹ ਉੱਥੇ ਆਪਾਂ ਸਾਰੇ ਉਹ ਤੋਂ ਬੜੇ ਇੰਪਰੈਸਡ ਹੁੰਦੇ ਆ ਕਿ ਵੀ ਜੀ ਦਿੱਲੀ ਦੇ ਵਿੱਚ ਮੈਟਰੋ ਚੱਲਦੀ ਆ, ਉਹਦਾ ਮਾਡਲ ਵੀ ਤੁਹਾਨੂੰ ਉੱਥੇ ਦਿਖਾਇਆ ਗਿਆ ਹੈ। ਜਾਪਾਨ ਦੀ ਅਸੀਂ ਕਹਿੰਦੇ ਬੁਲਟ ਟ੍ਰੇਨ ਦੁਨੀਆ ਦੀ ਸਭ ਤੋਂ ਫਾਸਟ ਟ੍ਰੇਨ ਹੈ, ਉਹਦਾ ਮਾਡਲ ਵੀ ਬੇਟਾ ਤੁਹਾਨੂੰ ਦਿਖਾਇਆ ਗਿਆ। ਇੱਕ ਬੇਟਾ ਸਟੀਮ ਨਾਲ, ਭਾਫ਼ ਨਾਲ ਚੱਲਦੀ ਸੀ, ਕਾਲਕਾ ਦੀ ਸ਼ਿਮਲਾ ਰੇਲ ਦੇ ਮਾਡਲ ਵੀ ਇੱਥੇ ਪ੍ਰਦਰਸ਼ਿਤ ਕੀਤੇ ਗਏ ਨੇ। ਕਾਲਕਾ ਤੋਂ ਸ਼ਿਮਲਾ ਨੂੰ ਜਾਂਦੀ ਹੈ ਬੇਟਾ, ਉਹ ਕਾਲਕਾ ਸ਼ਿਮਲਾ ਟ੍ਰੇਨ ਕਿਹਾ ਜਾਂਦਾ ਹੈ ਉਹਨੂੰ, ਅਤੇ ਬੜੀ ਸਲੋ ਸਪੀਡ 'ਤੇ ਚੱਲਦੀ ਆ। ਚੱਲ ਛਈਆਂ ਛਈਆਂ ਇੱਕ ਗੀਤ ਆ ਬੇਟਾ ਸ਼ਾਹਰੁਖ ਖਾਨ ਦਾ, ਉਸ ਟ੍ਰੇਨ ਦੇ ਉੱਪਰ ਸ਼ੂਟ ਕੀਤਾ ਗਿਆ। ਕਦੇ ਤੁਸੀਂ ਗਾਣਾ ਸੁਣੋ ਤਾਂ ਉਹਦੇ ਵਿੱਚ ਉਹ ਟ੍ਰੇਨ ਚੱਲਦੀ ਨਜ਼ਰ ਪਊਗੀ ਤੁਹਾਨੂੰ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਧਰਤੀ ਉੱਪਰ ਜੀਵਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਲਾਈਫ ਥਰੂ ਦੀ ਏਜਿਸ ਦਾ ਪੈਨੋਰਾਮਾ ਵੀ ਇੱਥੇ ਮੌਜੂਦ ਹੈ। ਇਹ ਪੈਨੋਰਾਮਾ ਸਾਨੂੰ ਦੱਸਦਾ ਹੈ ਕਿ ਅੱਜ ਦਾ ਮਨੁੱਖ
ਕਿਹੜੇ ਪੜਾਵਾਂ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚਿਆ ਹੈ। ਇੱਥੇ ਇੱਕ ਆਬਜੈਕਟ ਥੀਏਟਰ ਵਿੱਚ ਜਲਵਾਯੂ ਪਰਿਵਰਤਨ ਨਾਲ ਸੰਬੰਧਿਤ ਸ਼ੋਅ ਵੀ ਦਿਖਾਏ ਜਾਂਦੇ ਹਨ। ਇਸ ਪ੍ਰਕਾਰ ਵਿਗਿਆਨ ਅਤੇ ਮਨੋਰੰਜਨ ਦਾ ਇਹ ਅਨੋਖਾ ਸੰਗਮ ਅੱਜ ਸਾਰੇ ਵਿਦਿਆਰਥੀ ਜਗਤ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਜਿਹੜਾ ਚੈਪਟਰ ਸੀਗਾ ਇੱਥੇ ਇਹ ਸਮਾਪਤ ਹੁੰਦਾ। ਆਹ ਤੁਸੀਂ ਜਿਹੜੀ ਸਕਰੀਨ ਇਹਦੇ ਉੱਪਰ ਇਹ ਦੇਖ ਰਹੇ ਹੋ ਡਾਇਨਾਸੌਰ ਦਾ ਅਸਲੀ ਮਾਡਲ, ਇਹ ਬਿਲਕੁਲ ਸਾਇੰਸ ਸਿਟੀ ਦੀ ਓਰੀਜਨਲ ਫੋਟੋ ਹੈ। ਅਤੇ ਇਸ ਚੈਪਟਰ ਨਾਲ ਸੰਬੰਧਿਤ ਬੇਟਾ ਜਿਹੜੇ ਕੁਐਸਚਨ ਆਨਸਰ ਨੇ, ਆਓ ਆਪਾਂ ਉਹਨਾਂ ਨੂੰ ਵਿਸਤਾਰ ਸਹਿਤ ਹੁਣ ਪੜ੍ਹਦੇ ਹਾਂ ਅਤੇ ਸਮਝਦੇ ਹਾਂ। ਇਹ ਬੇਟਾ ਚੈਪਟਰ ਥੋੜ੍ਹਾ ਵਿਸਤਾਰਪੂਰਵਕ ਜ਼ਰੂਰ ਆ, ਪਰ ਇਹ ਸਾਰਾ ਹੀ ਇੱਕ ਗਿਆਨ ਭਰਪੂਰਕ ਲੇਖ ਹੈ, ਜਿਹਦੇ ਵਿੱਚ ਜੇਕਰ ਤੁਸੀਂ ਸਾਇੰਸ ਸਿਟੀ ਗਏ ਹੋ ਤਾਂ ਤੁਹਾਡੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ। ਅਤੇ ਜਿਹੜੇ ਬੱਚੇ ਸਾਇੰਸ ਸਿਟੀ ਨਹੀਂ ਗਏ ਉਹ ਇਸ ਚੈਪਟਰ ਨੂੰ ਪੜ੍ਹਨ ਅਤੇ ਸੁਣਨ ਤੋਂ ਬਾਅਦ ਇੱਥੇ ਜਾਣਾ ਜ਼ਰੂਰ ਪਸੰਦ ਕਰਨਗੇ। ਸੋ ਆਓ ਬੇਟਾ ਅਸੀਂ ਪੜ੍ਹਦੇ ਹਾਂ ਇਸ ਚੈਪਟਰ ਨਾਲ ਸੰਬੰਧਿਤ ਕੁਐਸਚਨ ਆਨਸਰ। ਲਓ ਜੀ, ਆਹ ਜਿਹੜੀ ਤੁਹਾਨੂੰ ਦੱਸਿਆ ਕਿ ਫਸਟ ਜਿਹੜੀ ਤੁਸੀਂ ਲੁੱਕ ਉੱਥੇ ਦੇਖਦੇ ਹੋ, ਇੱਕ ਬੜਾ ਸਾਰਾ ਗਲੋਬ ਤੁਹਾਡੀ ਨਿਗਾਹ ਨੂੰ ਅਟਰੈਕਟ ਕਰਦਾ ਕਿ ਇਹ ਕੀ ਹੈ ਬੇਟਾ। ਇਹ ਉਹੀ ਹੈ ਸਪੇਸ ਥੀਏਟਰ ਆ। ਇਹਦੇ ਅੰਦਰ ਜਦੋਂ ਸਾਡੀ ਅੰਦਰ ਜਾ ਕੇ ਐਂਟਰੀ ਹੁੰਦੀ ਆ ਅਤੇ ਫਿਰ ਜਦੋਂ ਅਸੀਂ ਇਹਦੇ ਅੰਦਰ ਜਾਂਦੇ ਹਾਂ ਅਤੇ ਇੱਥੇ ਬੇਟਾ ਤੁਹਾਨੂੰ ਮੰਗਲ ਗ੍ਰਹਿ ਅਤੇ ਚੰਦਰਮਾ, ਆਕਾਸ਼ ਗੰਗਾ ਜੋ ਸਾਡਾ ਉੱਪਰਲਾ ਆਕਾਸ਼ੀ ਦੁਨੀਆ ਉਹਦੀ ਸ਼ਹਿਰ ਹੁੰਦੀ ਆ। ਬੜਾ ਅਦਭੁਤ ਨਜ਼ਾਰਾ ਬੇਟਾ। ਇਸ ਥੀਏਟਰ ਦਾ ਆਨੰਦ ਤੁਸੀਂ ਇਹਦੇ ਅੰਦਰ ਜਾ ਕੇ ਮਾਣ ਸਕਦੇ ਹੋ, ਗੱਲਾਂ ਨਾਲ ਨਹੀਂ। ਸੋ ਆਓ ਬੇਟਾ ਅਸੀਂ ਪੜ੍ਹਦੇ ਹਾਂ ਪਹਿਲਾ ਕੁਐਸਚਨ ਕਿ ਸਾਇੰਸ ਸਿਟੀ ਕਿੱਥੇ ਸਥਿਤ ਹੈ, ਇਸ ਦਾ ਖੇਤਰਫਲ ਕੁੱਲ ਕਿੰਨਾ ਹੈ ਜਾਂ ਕੁੱਲ ਖੇਤਰਫਲ ਕਿੰਨਾ ਹੈ। ਉੱਤਰ ਹੈ ਕਿ ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਉੱਤੇ ਸਥਿਤ ਹੈ। ਸੋ ਬੇਟਾ ਇਹ ਦੇਖਿਆ ਜਾਵੇ ਜਲੰਧਰ ਅਤੇ ਕਪੂਰਥਲਾ ਰੋਡ ਉੱਪਰ ਇਹ ਸਥਿਤ ਹੈ। ਇਸ ਦਾ ਕੁੱਲ ਖੇਤਰਫਲ 72 ਏਕੜ ਹੈ, ਇਹ ਯਾਦ ਰੱਖਣਾ ਹੈ। ਪ੍ਰਸ਼ਨ ਨੰਬਰ 2, ਸਾਇੰਸ ਸਿਟੀ ਲੋਕਾਂ ਲਈ ਕਦੋਂ ਖੋਲ੍ਹਿਆ ਗਿਆ। ਹੁਣ ਬੇਟਾ ਦੀ ਉਹ ਜਿਵੇਂ ਆਪਾਂ ਉੱਪਰ ਡੇਟ ਪੜ੍ਹੀ ਸੀ ਕਿ ਸਾਇੰਸ ਸਿਟੀ ਲੋਕਾਂ ਲਈ 19 ਮਾਰਚ 2005 ਨੂੰ ਖੋਲ੍ਹਿਆ ਗਿਆ ਹੈ ਜਾਂ ਖੋਲ੍ਹਿਆ ਗਿਆ ਸੀ। ਅਗਲਾ ਹੈ 3 ਨੰਬਰ ਕਿ ਸਪੇਸ ਥੀਏਟਰ ਦੇ ਆਮ ਸਿਨੇਮਾ ਦੀ ਫਿਲਮ ਵਿੱਚ ਕੀ ਅੰਤਰ ਹੈ। ਹੁਣੀ ਆਪਾਂ ਬੇਟਾ ਉੱਪਰ ਪੜ੍ਹਿਆ ਸੀ ਕਿ ਸਪੇਸ ਥੀਏਟਰ ਅਤੇ ਆਮ ਸਿਨੇਮੇ ਦੀ ਫਿਲਮ ਵਿੱਚ ਫਰਕ ਇਹ ਹੈ ਕਿ ਸਪੇਸ ਥੀਏਟਰ ਵਿੱਚ ਆਮ ਸਿਨੇਮੇ ਨਾਲੋਂ 10 ਗੁਣਾ ਵੱਡੀ ਸਕਰੀਨ ਉੱਤੇ ਫਿਲਮ ਦਿਖਾਈ ਜਾਂਦੀ ਹੈ। 10 ਗੁਣਾ ਵੱਡੀ ਸਕਰੀਨ ਉੱਪਰ ਫਿਲਮ ਦਿਖਾਈ ਜਾਂਦੀ ਹੈ। ਇਸ ਥੀਏਟਰ ਵਿੱਚ ਬੱਦਲ ਗਰਜਣ ਤੋਂ ਲੈ ਕੇ ਸੂਈ ਡਿੱਗਣ ਤੱਕ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ। ਸੋ ਬੇਟਾ ਬਹੁਤ ਕਲੀਅਰ ਸਾਊਂਡ ਹੁੰਦੀ ਹੈ। ਇਸ ਵਿੱਚ ਬੈਠ ਕੇ ਫਿਲਮ ਦੇਖਣ ਨਾਲ ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਵੀ ਫਿਲਮ ਦਾ ਇੱਕ ਹਿੱਸਾ ਹੋ। ਜੇ ਬੇਟਾ ਚੰਦਰਮਾ ਦੀ ਫਿਲਮ ਦਿਖਾਈ ਜਾਂਦੀ ਹੈ ਤਾਂ ਤੁਹਾਨੂੰ ਇੰਝ ਮਹਿਸੂਸ ਹੋਊਗਾ ਕਿ ਤੁਸੀਂ ਚੰਦਰਮਾ ਦੇ ਉੱਪਰ ਖੁਦ ਪਹੁੰਚ ਚੁੱਕੇ ਹੋ। ਅੱਗੇ ਹੈ ਬੇਟਾ ਫਲਾਈਟ ਸਿਮੂਲੇਟਰ ਅਤੇ ਅਰਥਕਵੇਕ ਸਿਮੂਲੇਟਰ ਦਾ ਸ਼ੋਅ ਕੀ ਹੈ। ਪਹਿਲਾਂ ਪੜ੍ਹਦੇ ਹਾਂ ਬੇਟਾ ਆਪਾਂ ਇਹਨੂੰ, ਮਤਲਬ 2 ਪਾਰਟ ਦੇ ਵਿੱਚ ਉੱਤਰ ਨੂੰ ਪੜ੍ਹਾਂਗੇ ਕਿ ਫਲਾਈਟ ਸਿਮੂਲੇਟਰ ਵਿੱਚ ਬੈਠਿਆਂ ਦਰਸ਼ਕਾਂ ਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ। 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਵਿੱਚ ਜੇਕਰ ਦਰਸ਼ਕ ਹਵਾਈ ਜਹਾਜ਼ ਵਾਲੀ ਫਿਲਮ ਵੇਖੇਗਾ, ਹੁਣ ਬਹੁਤ ਸਾਰੀਆਂ ਫਿਲਮਾਂ ਦਿਖਾਉਂਦੇ ਨੇ ਬੇਟਾ ਉਹਦੇ 'ਚ, ਜੇਕਰ ਤੁਸੀਂ ਹਵਾਈ ਜਹਾਜ਼ ਵਾਲੀ ਫਿਲਮ ਦੇਖੋਗੇ ਤਾਂ ਇਸ ਤਰ੍ਹਾਂ ਲੱਗੇਗਾ ਜਿਵੇਂ ਉਹ ਹਵਾਈ ਜਹਾਜ਼ ਵਿੱਚ ਬੈਠਾ ਹੋਵੇ। ਜੇਕਰ ਦਰਸ਼ਕ ਰੋਲਰ ਕੋਸਟਰ ਦੀ ਫਿਲਮ ਵੇਖੇਗਾ ਤਾਂ ਇੰਝ ਮਹਿਸੂਸ ਕਰੇਗਾ ਜਿਵੇਂ ਉਹ ਰੋਲਰ ਕੋਸਟਰ ਵਿੱਚ ਬੈਠਾ ਹੋਵੇ। ਇਹ ਸਿਮੂਲੇਟਰ ਬਰਤਾਨੀਆ ਤੋਂ ਮੰਗਵਾਇਆ ਗਿਆ ਹੈ। ਸੋ ਬੇਟਾ ਇਹ ਬਰਤਾਨੀਆ ਤੋਂ ਮੰਗਵਾਇਆ ਗਿਆ ਸਿਮੂਲੇਟਰ ਆ, ਜਿਹਦੀ ਤੁਸੀਂ ਉੱਥੇ ਜਾ ਕੇ ਸਵਾਰੀ ਕਰਦੇ ਹੋ। ਅੱਗੇ ਹੈਗਾ ਅਰਥਕਵੇਕ ਸਿਮੂਲੇਟਰ, ਜਿਹੜਾ ਭੂਚਾਲ ਸੰਬੰਧੀ ਜਾਣਕਾਰੀ ਦਿੰਦਾ। ਅਰਥਕਵੇਕ ਸਿਮੂਲੇਟਰ ਵਿੱਚ ਬੈਠਿਆਂ ਦਰਸ਼ਕ ਨੂੰ ਭੂਚਾਲ ਦੇ ਅਸਲੀ ਝਟਕਿਆਂ ਵਰਗਾ ਅਹਿਸਾਸ ਹੁੰਦਾ ਹੈ। ਇਸ ਦੇ ਸਾਹਮਣੇ ਲੱਗੀ ਸਕਰੀਨ ਉੱਤੇ ਦਿਖਾਇਆ ਜਾਂਦਾ ਹੈ ਕਿ ਦਰਸ਼ਕ ਘਰ ਦੀਆਂ ਵੱਖ-ਵੱਖ ਮੰਜ਼ਲਾਂ ਵਿੱਚ ਵੱਖ-ਵੱਖ ਰੈਕਟਰ ਪੈਮਾਨਿਆਂ 'ਤੇ ਭੂਚਾਲ ਨੂੰ ਕਿਸ ਤਰ੍ਹਾਂ ਮਹਿਸੂਸ ਕਰੇਗਾ। ਇਹ ਬੇਟਾ ਰੈਕਟਰ ਪੈਮਾਨੇ ਉਹ ਹੁੰਦੇ ਨੇ, ਭੂਚਾਲ ਦੀ ਤੀਬਰਤਾ ਦੱਸਦੇ ਨੇ ਵੀ ਜੇਕਰ ਇੰਨੀ ਤੀਬਰਤਾ ਦਾ ਭੂਚਾਲ ਹੈ ਤਾਂ ਤੁਹਾਡੀ ਕੁਰਸੀ ਹਿੱਲੇਗੀ, ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਬਿਲਡਿੰਗਾਂ ਹਿਲਦੀਆਂ ਢਹਿੰਦੀਆਂ ਦਿਖਾਈਆਂ ਜਾਣਗੀਆਂ ਅਤੇ ਤੁਸੀਂ ਮਹਿਸੂਸ ਕਰੋਗੇ
ਵੀ ਜੇਕਰ ਕੁਰਸੀ ਦੇ ਬੈਠਿਆਂ ਨੂੰ ਸਾਨੂੰ ਇਸ ਤਰ੍ਹਾਂ ਝਟਕਾ ਲੱਗਦਾ ਤਾਂ ਕਿੰਨਾ ਕੁ ਨੁਕਸਾਨ ਕੀਤਾ ਹੋਊਗਾ ਜਾਂ ਕਿੰਨਾ ਕੁ ਨੁਕਸਾਨ ਇਹ ਭੂਚਾਲ ਕਰ ਸਕਦਾ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭੂਚਾਲ ਦੇ ਆਉਣ 'ਤੇ ਇੱਕਦਮ ਕੀ ਕਰਨਾ ਚਾਹੀਦਾ ਹੈ। ਸੋ ਬੇਟਾ ਤੁਹਾਨੂੰ ਜਿਵੇਂ ਅਸੀਂ ਮੈਰਿਟ ਡੀਮੈਰਿਟਸ ਦੱਸਦੇ ਹਾਂ, ਗੁਣ ਅਤੇ ਔਗੁਣ ਤੁਹਾਨੂੰ ਨਾਲੋਂ ਨਾਲ ਸ਼ੋਅ ਦੇ ਵਿੱਚ ਚੀਜ਼ਾਂ ਬਾਰੇ ਜਿਨ੍ਹਾਂ ਦੀ ਤੁਹਾਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਉਹਨਾਂ ਬਾਰੇ ਦੱਸਿਆ ਜਾਂਦਾ ਹੈ। ਅੱਗੇ ਹੈ 3D ਸ਼ੋਅ ਕੀ ਹੈ? ਲੇਜ਼ਰ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ? ਸਾਇੰਸ ਸਿਟੀ ਵਿੱਚ 3D ਸ਼ੋਅ ਸਪੈਸ਼ਲ ਐਨਕਾਂ ਨਾਲ ਦੇਖਿਆ ਜਾਂਦਾ ਹੈ। ਸੋ ਬੇਟਾ ਨੂੰ ਤੁਸੀਂ ਆਪਣੀ ਜਦੋਂ ਅੱਖਾਂ ਨਾਲ ਦੇਖੋਗੇ ਧੁੰਦਲਾ ਦਿਖੇਗਾ। ਇਹ 3D ਸ਼ੋਅ ਨੂੰ ਦੇਖਣ ਲਈ ਬੇਟਾ 3D ਐਨਕਾਂ ਲਗਾਉਣੀਆਂ ਪੈਂਦੀਆਂ ਨੇ। ਇਸ ਕਮਾਲ ਦੇ ਸ਼ੋਅ ਵਿੱਚ ਥੀਏਟਰ ਵਿੱਚ ਬੈਠਿਆਂ ਦਰਸ਼ਕ ਨੂੰ ਇੰਝ ਲੱਗੇਗਾ ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਉਸ ਨੂੰ ਛੋਹ ਰਹੇ ਹਨ। ਲੇਜ਼ਰ ਕਿਰਨਾਂ ਦੀ ਵਰਤੋਂ ਉਦਯੋਗ ਅਤੇ ਮਨੁੱਖੀ ਜੀਵਨ ਲਈ ਬਹੁਤ ਲਾਭਕਾਰੀ ਹੈ। ਹੁਣ ਬੇਟਾ ਦੋ ਚੀਜ਼ਾਂ ਨੇ ਇਹਦੇ ਵਿੱਚ। 3D ਸ਼ੋਅ 'ਚ ਤਾਂ ਬੇਟਾ ਇੱਕ ਗੱਲ ਯਾਦ ਰੱਖਣ ਵਾਲੀ ਆ, ਇਹਨੂੰ ਸਪੈਸ਼ਲ ਐਨਕ ਲਾ ਕੇ ਵੇਖਿਆ ਜਾਂਦਾ ਅਤੇ ਜਦੋਂ ਸ਼ੋਅ ਚੱਲਦਾ ਬੇਟਾ ਐਂ ਲੱਗਦਾ ਵੀ ਸਕਰੀਨ ਤੋਂ ਜੇ ਕੋਈ ਤੋਤੇ ਉੱਡ ਰਹੇ ਨੇ, ਚਿੜੀਆਂ ਉੱਡ ਰਹੀਆਂ ਨੇ, ਬਾਜ ਉੱਡ ਰਹੇ ਨੇ, ਇਹ ਲੱਗੂਗਾ ਕਿ ਸਾਡੇ ਵੱਲ ਨੂੰ ਉੱਡੇ ਆ ਰਹੇ ਨੇ। ਅਤੇ ਜੇ ਬੇਟਾ ਕੋਈ ਹਾਥੀ ਆ ਰਿਹਾ ਤੁਹਾਨੂੰ ਸਾਹਮਣੇ ਤਾਂ ਇਹ ਲੱਗੂਗਾ ਕਿ ਹਾਥੀ ਸਕਰੀਨ ਤੋਂ ਬਾਹਰ ਆ ਗਿਆ। ਇਸ ਤਰ੍ਹਾਂ ਅਨੁਭਵ ਹੁੰਦਾ। ਅਤੇ ਅੱਗੇ ਬੇਟਾ ਲੇਜ਼ਰ ਸ਼ੋਅ ਦੀ ਗੱਲ ਕੀਤੀ ਹੈ। ਇੱਕੇ ਕੁਐਸਚਨ 'ਚ ਦੋ ਸਵਾਲ ਪੁੱਛੇ ਹੋਏ ਨੇ, ਮਤਲਬ ਇੱਕੇ ਕੁਐਸਚਨ 'ਚ ਦੋ ਕੁਐਸਚਨ ਇਕੱਠੇ ਕਰਕੇ ਦੋ ਉੱਤਰ ਦਿੱਤੇ ਗਏ ਨੇ। ਜਿਵੇਂ ਕਿ ਲੇਜ਼ਰ ਕਿਰਨਾਂ ਦੀ ਵਰਤੋਂ ਉਦਯੋਗ ਅਤੇ ਮਨੁੱਖੀ ਜੀਵਨ ਲਈ ਬਹੁਤ ਲਾਭਕਾਰੀ ਹੈ। ਲੇਜ਼ਰ ਅੱਖਾਂ ਦੇ ਰੈਟੀਨਾ ਦੀ ਵੈਲਡਿੰਗ, ਕੈਂਸਰ ਥੈਰੇਪੀ ਅਤੇ ਚੀਰਾ ਰਹਿਤ ਆਪਰੇਸ਼ਨ ਵਿੱਚ ਕੀਤੀ ਜਾਂਦੀ ਹੈ। ਇਹ ਬੇਟਾ ਅਸੀਂ ਕਿ ਇੱਥੇ ਜੇ ਮੋਟਾ ਜਿਹਾ ਉੱਤਰ ਦੇਣਾ ਹੋਵੇ ਅਸੀਂ ਇਹ ਕਹਾਂਗੇ ਕਿ ਅੱਖਾਂ ਦੇ ਆਪਰੇਸ਼ਨਾਂ ਵਿੱਚ, ਕੈਂਸਰ ਦੇ ਇਲਾਜ ਲਈ, ਠੀਕ ਆ, ਅਤੇ ਚੀਰਾ ਰਹਿਤ ਵੀ ਕਿਸੇ ਵੀ ਵਿਅਕਤੀ ਦੇ ਸਰੀਰ ਵਿੱਚ ਜੇ ਕੋਈ ਪਾਥਰੀ ਹੈ, ਸਟੋਨ ਹੈ, ਉਹਦੀ ਬਾਡੀ ਨੂੰ ਕੱਟੇ ਬਗੈਰ ਲੇਜ਼ਰ ਕਿਰਨਾਂ ਰਾਹੀਂ ਉਸ ਚੀਜ਼ ਨੂੰ, ਉਸ ਪਾਥਰੀ ਨੂੰ ਸਰੀਰ ਦੇ ਵਿੱਚੋਂ ਖਤਮ ਕੀਤਾ ਜਾਂਦਾ। ਇਹ ਬੇਟਾ ਇੱਕ ਲੇਜ਼ਰ ਕਿਰਨਾਂ ਦੀ ਨਵੀਂ ਟੈਕਨੋਲੋਜੀ ਦੀ ਵਰਤੋਂ ਆ ਜਿਹਦੇ ਨਾਲ ਮਨੁੱਖੀ ਸਰੀਰ ਨੂੰ ਬਹੁਤ ਸਾਰੇ ਲਾਭ ਹੋ ਸਕਦੇ ਨੇ। ਅੱਗੇ ਹੈਗਾ ਸਿਹਤ ਗੈਲਰੀ ਵਿੱਚ ਕੀ ਕੁਝ ਵੇਖਣਯੋਗ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸਾਇੰਸ ਸਿਟੀ ਦੀ ਐਕਸਪਲੋਰੀਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਇਸ ਗੈਲਰੀ ਵਿੱਚ ਦਾਖਲ ਹੁੰਦਿਆਂ ਹੀ ਦਰਸ਼ਕ 12 ਫੁੱਟ ਉੱਚੇ ਦਿਲ ਦੇ ਮਾਡਲ ਵਿੱਚੋਂ ਲੰਘਦਿਆਂ ਦਿਲ ਦੇ ਧੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਉੱਥੋਂ ਲੰਘਦੇ ਆ ਬੇਟਾ 12 ਫੁੱਟੇ ਮਾਡਲ ਵਿੱਚੋਂ ਤੁਹਾਡੇ ਹਾਰਟ ਦੀ ਆਵਾਜ਼ ਅੰਦਰ ਕਿਵੇਂ ਧੜਕਦਾ ਉਹ ਤੁਹਾਨੂੰ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਪਾਰਦਰਸ਼ੀ ਮਨੁੱਖ ਥੀਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀਆਂ ਕਿਰਿਆਵਾਂ ਦਾ ਪਤਾ ਲੱਗਦਾ ਹੈ। ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ ਕਿ ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਹੈ ਅਤੇ ਅਸੀਂ ਕਿੰਨੀ ਵਾਰ ਸਾਹ ਲੈਂਦੇ ਹਾਂ। ਇਸ ਗੈਲਰੀ ਵਿੱਚ ਦਰਸ਼ਕ ਆਪ CT ਸਕੈਨ ਅਤੇ ਆਪਰੇਸ਼ਨ ਵੀ ਕਰਕੇ ਦੇਖ ਸਕਦੇ ਹਨ। CT ਸਕੈਨ ਦਾ ਮਾਡਲ CT ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਾ ਹੈ। ਸੋ ਬੇਟਾ ਅਸੀਂ ਆਮ ਸੁਣਦੇ ਹਾਂ ਕਿ ਫਲਾਣੇ ਵਿਅਕਤੀ ਦਾ CT ਸਕੈਨ ਹੋਇਆ। CT ਸਕੈਨ ਕੀ ਹੈ, ਕਿਵੇਂ ਹੈ, ਕਿਉਂ ਹੈ, ਕਿਸ ਤਰ੍ਹਾਂ ਹੁੰਦਾ ਹੈ, ਇਹਦੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਗੈਲਰੀ ਵਿੱਚੋਂ ਮਿਲਦੀ ਹੈ। ਅੱਗੇ ਹੈ ਊਰਜਾ ਪਾਰਕ। ਸੋ ਬੇਟਾ ਜਿਵੇਂ ਅਸੀਂ ਸੂਰਜੀ ਊਰਜਾ ਦੀ ਗੱਲ ਕਰਦੇ ਹਾਂ ਅਤੇ ਪਾਣੀ ਊਰਜਾ, ਇਹਨਾਂ ਬਾਰੇ ਵੀ ਆਪਾਂ ਉੱਪਰ ਪਾਠ ਦੇ ਵਿੱਚ ਪੜ੍ਹਿਆ ਅਤੇ ਇੱਥੇ ਜਾਣਕਾਰੀ ਮਿਲਦੀ ਹੈ ਕਿ ਸਾਇੰਸ ਸਿਟੀ ਵਿੱਚ ਊਰਜਾ ਪਾਰਕ 3 ਏਕੜ ਵਿੱਚ ਸਥਿਤ ਹੈ। ਸੋ ਬੇਟਾ ਊਰਜਾ ਪਾਰਕ ਕਿੰਨੇ ਏਕੜ 'ਚ ਬਣਿਆ? 3 ਦੇ ਵਿੱਚ, ਜਿੱਥੇ ਕੇਵਲ ਸੂਰਜੀ ਊਰਜਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਅਜਿਹੀਆਂ ਪ੍ਰਦਰਸ਼ਨੀਆਂ ਮੌਜੂਦ ਹਨ ਜਿਨ੍ਹਾਂ ਤੋਂ ਸਾਨੂੰ ਸੂਰਜੀ ਊਰਜਾ ਵਰਤਣ ਦੀ ਸੇਧ ਮਿਲਦੀ ਹੈ। ਸੂਰਜ ਸ਼ਕਤੀ ਦੇ ਕੇਂਦਰ ਵਿੱਚ ਬੈਟਰੀਆਂ ਲੱਗੀਆਂ ਹੋਈਆਂ ਹਨ ਜੋ ਸੂਰਜੀ ਊਰਜਾ ਨੂੰ ਸਟੋਰ ਕਰਕੇ ਰੱਖਦੀਆਂ ਹਨ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੂਰਜ ਨਾ ਚੜ੍ਹਨ 'ਤੇ ਵੀ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ। ਅੱਗੇ ਹੈ ਬੇਟਾ ਪਣ ਸ਼ਕਤੀ ਕੇਂਦਰ। ਊਰਜਾ ਪਾਰਕ ਦਾ ਖਿੱਚ ਭਰਿਆ ਕੇਂਦਰ ਹੈ। ਪਣ ਸ਼ਕਤੀ ਕੇਂਦਰ ਊਰਜਾ ਪਾਰਕ ਦਾ ਖਿੱਚ ਭਰਿਆ ਕੇਂਦਰ ਹੈ। ਇੱਥੇ ਰਣਜੀਤ ਸਾਗਰ ਦਾ ਮਾਡਲ ਰੱਖਿਆ ਗਿਆ ਹੈ। ਇੱਥੇ ਵੱਖ-ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ
ਕਿਵੇਂ ਤਿਆਰ ਹੁੰਦੀ ਹੈ। ਇਸ ਤੋਂ ਇਲਾਵਾ ਪਰਮਾਣੂ ਸ਼ਕਤੀ ਕੇਂਦਰ ਵਿੱਚ ਇਸ ਗੱਲ 'ਤੇ ਰੌਸ਼ਨੀ ਪਾਈ ਗਈ ਹੈ ਕਿ ਪਰਮਾਣੂ ਸ਼ਕਤੀ ਸਿਰਫ ਬੰਬ ਬਣਾਉਣ ਲਈ ਨਹੀਂ, ਸਗੋਂ ਇਸ ਦੀ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ। ਸਵਾਲ ਨੰਬਰ 8, ਡਾਇਨਾਸੌਰ ਪਾਰਕ ਵਿੱਚ ਡਾਇਨਾਸੌਰਾਂ ਦੇ ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ। ਚਰਚਾ ਕਰੋ। ਆ ਬੇਟਾ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਡਾਇਨਾਸੌਰ ਖੜ੍ਹਾ ਹੈ। ਇਹ ਤਾਂ ਬੇਟਾ ਇੱਕ ਡਾਇਨਾਸੌਰ ਆ। ਇੱਥੇ ਵਿਸ਼ਾਲ ਕਾਏ ਜਿਹੜੇ ਡਾਇਨਾਸੌਰ ਸੀ ਕਿਸ ਤਰ੍ਹਾਂ ਦੇ ਸੀ, ਬਹੁਤ ਸਾਰੇ ਮਾਡਲ ਤੁਸੀਂ ਪਾਰਕ ਦੇ ਵਿੱਚ ਲੱਗੇ ਨਜ਼ਰੀ ਆਉਣਗੇ, ਤੁਸੀਂ ਦੇਖੋਗੇ ਜਦੋਂ ਜਾਓਗੇ। ਸੋ ਉੱਤਰ ਪੜ੍ਹਦੇ ਹਾਂ ਕਿ ਡਾਇਨਾਸੌਰ ਪਾਰਕ ਵਿੱਚ ਬਣੀ ਇੱਕ ਝੀਲ ਵਿੱਚ ਸਥਿਤ ਇੱਕ ਟਾਪੂ ਉੱਤੇ ਰੱਖੇ ਲਗਭਗ 44 ਭਾਵ 44 ਡਾਇਨਾਸੌਰਾਂ ਦੇ ਮਾਡਲ ਦੇਖ ਕੇ ਸਾਨੂੰ ਅਨੁਭਵ ਹੁੰਦਾ ਹੈ ਕਿ ਕਿਸ ਤਰ੍ਹਾਂ ਧਰਤੀ ਉੱਤੇ ਕਦੇ ਇਹ ਵੱਡ ਆਕਾਰੇ ਡਰਾਉਣੇ ਜੀਵ ਰਹਿੰਦੇ ਸਨ ਜੋ ਹੁਣ ਨਹੀਂ ਰਹੇ। ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਅਤੇ ਵਾਤਾਵਰਨ ਠੀਕ ਨਾ ਹੋਣ ਕਾਰਨ ਹੋਇਆ। ਇਸ ਨੂੰ ਦਰਸਾਉਣ ਲਈ ਇੱਥੇ ਜਵਾਲਾਮੁਖੀ ਦਾ ਇੱਕ ਵਿਸ਼ੇਸ਼ ਮਾਡਲ ਬਣਾਇਆ ਗਿਆ ਹੈ ਜਿਸ ਦੇ ਅੰਦਰ ਡਾਇਨਾਸੌਰ ਹਿਲਦੇ ਜੁਲਦੇ ਦਿਖਾਈ ਦਿੰਦੇ ਨੇ। ਉੱਥੇ ਬੇਟਾ ਮਾਡਲ ਵਰਕਿੰਗ ਕਰਦੇ ਵੀ ਤੁਹਾਨੂੰ ਦਿਖਾਈ ਦੇਣਗੇ। ਸਵਾਲ ਨੰਬਰ 9, ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਕੀ ਕੁਝ ਰੱਖਿਆ ਗਿਆ ਹੈ। ਉੱਪਰ ਬੇਟਾ ਅਸੀਂ ਪੜ੍ਹਿਆ, ਉਹ ਪੜ੍ਹਦੇ ਹਾਂ ਕਿ ਜੰਗੀ ਹਥਿਆਰਾਂ ਦੀ ਗੈਲਰੀ ਵਿੱਚ ਇੱਕ MiG-23, ਇਹਦਾ ਬੇਟਾ ਕੋਡ ਆ, ਇਹ ਮਿਗ ਜਹਾਜ਼ ਦਾ ਨਾਮ ਆ, 23 ਇਹਦਾ ਕੋਡ ਆ, ਜਿਵੇਂ ਅਸੀਂ ਕਿਸੇ ਦਾ ਰੋਲ ਨੰਬਰ ਰੱਖ ਦਿੰਦੇ ਹਾਂ, ਰੱਖਿਆ ਗਿਆ ਹੈ ਜੋ ਕਿ ਅਗਸਤ 1980 ਵਿੱਚ ਬਣਾਇਆ ਗਿਆ ਅਤੇ 1981-82 ਵਿੱਚ ਭਾਰਤੀ ਫੌਜ ਨੂੰ ਸੌਂਪਿਆ ਗਿਆ। ਬਰਾਸ ਟੈਂਕ ਅਤੇ ਕਾਰਗਿਲ ਦੀ ਲੜਾਈ ਵਿੱਚ ਵੀ ਇਸ ਦੀ ਵਰਤੋਂ ਹੋਈ। ਇੱਥੇ ਭਾਰਤ ਦਾ ਬਣਿਆ ਸੁਦੇਸੀ ਵਿਜੇਅੰਤਾ ਟੈਂਕ ਵੀ ਰੱਖਿਆ ਗਿਆ ਹੈ ਜਿਸ ਦੀ 1971 ਦੀ ਜੰਗ ਵਿੱਚ ਵਰਤੋਂ ਹੋਈ। ਸੋ ਬੇਟਾ ਇੱਥੇ ਇੱਕ ਤਾਂ ਜਹਾਜ਼ ਆ MiG-23 ਰੱਖਿਆ ਗਿਆ, ਕਦੋਂ ਬਣਿਆ, ਬਰਾਸ ਟੈਂਕ ਅਤੇ ਕਾਰਗਿਲ ਦੀ ਲੜਾਈ ਵਿੱਚ ਇਹਦੀ ਵਰਤੋਂ ਕਿਵੇਂ ਹੋਈ। ਇੱਕ ਬੇਟਾ ਭਾਰਤ ਦਾ ਬਣਿਆ ਹੋਇਆ ਸੁਦੇਸੀ ਵਿਜੇਅੰਤਾ ਟੈਂਕ ਵੀ ਰੱਖਿਆ ਗਿਆ, ਇਹਦੀ ਵਰਤੋਂ 1971 ਦੀ ਲੜਾਈ ਵਿੱਚ ਭਾਰਤ ਨੇ ਕੀਤੀ। ਸੋ ਬੇਟਾ ਇਹ ਮਾਡਲ ਨੇ ਜਿਹੜੇ ਉੱਥੇ ਜੰਗੀ ਮਤਲਬ ਬੇੜੇ ਨੇ ਜਿਹੜੇ ਭਾਰਤ ਦੇ, ਜਾਂ ਜਿਹੜੀਆਂ ਭਾਰਤ ਦੀਆਂ ਲੜਾਈ ਦੇ ਖੇਤਰ ਦੇ ਵਿੱਚ ਪ੍ਰਾਪਤੀਆਂ ਨੇ, ਜਾਂ ਉਹਨਾਂ ਦੇ ਵਿੱਚ ਖਾਸ ਮਹੱਤਵਪੂਰਨ ਜਿਹੜੇ ਹਥਿਆਰਾਂ ਦਾ, ਜਹਾਜ਼ਾਂ ਦਾ, ਜਾਂ ਜਿਹੜੀਆਂ ਵੀ ਚੀਜ਼ਾਂ ਦਾ ਰੋਲ ਰਿਹਾ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਅੱਗੇ ਹੈ ਬੇਟਾ 10 ਨੰਬਰ ਸਵਾਲ ਕਿ ਸਪੋਰਟਸ ਗੈਲਰੀ ਅਤੇ ਰੇਲਵੇ ਗੈਲਰੀ ਵਿੱਚ ਕੀ ਹੈ। ਹੁਣ ਇਹਨੂੰ ਸਮਝਣਾ ਹੋਵੇ। ਸਾਇੰਸ ਸਿਟੀ ਦਾ ਸਪੋਰਟਸ ਗੈਲਰੀ ਵਿੱਚ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਕ ਸਿਧਾਂਤਾਂ ਦੇ ਰਹੱਸਾਂ ਨੂੰ ਖੋਲ੍ਹਿਆ ਗਿਆ ਹੈ। ਕ੍ਰਿਕਟ ਵਿੱਚ ਬਾਲ ਕਿਵੇਂ ਸਪਿਨ ਹੁੰਦੀ ਹੈ। ਹਾਕੀ, ਬਾਸਕਿਟਬਾਲ, ਵਾਲੀਬਾਲ ਆਦਿ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਕ ਸਿਧਾਂਤਾਂ ਨੂੰ ਵੀ ਵਿਸਤਾਰ ਨਾਲ ਸਮਝਾਇਆ ਗਿਆ ਹੈ। ਰੇਲਵੇ ਗੈਲਰੀ ਵਿੱਚ ਦਿੱਲੀ ਦੀ ਮੈਟਰੋ, ਜਾਪਾਨ ਦੀ ਬੁਲਟ ਟ੍ਰੇਨ ਅਤੇ ਕਾਲਕਾ ਦੀ ਸ਼ਿਮਲਾ ਮੇਲ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ। ਸ਼ਿਮਲਾ ਮੇਲ, ਜਿਵੇਂ ਕਾਲਕਾ ਮੇਲ, ਸ਼ਿਮਲਾ ਮੇਲ, ਇਹ ਬੇਟਾ ਕਾਲਕਾ ਤੋਂ ਸ਼ਿਮਲੇ ਨੂੰ ਜਾਣ ਵਾਲੀ ਟ੍ਰੇਨ ਹੈ। ਸੋ ਇਹਦਾ ਮਾਡਲ ਵੀ ਉੱਥੇ ਪ੍ਰਦਰਸ਼ਿਤ ਕੀਤਾ ਗਿਆ ਸਪੋਰਟਸ ਐਂਡ ਰੇਲਵੇ ਗੈਲਰੀ ਵਿੱਚ। ਆਓ ਪੜ੍ਹਦੇ ਹਾਂ ਔਖੇ ਸ਼ਬਦਾਂ ਦੇ ਅਰਥ। ਅਹਿਮ, ਬਹੁਤ ਜ਼ਰੂਰੀ। ਯੋਗਦਾਨ, ਇਹ ਹੁੰਦਾ ਹੈ ਬੇਟਾ ਸਹਿਯੋਗ। ਕਿਰਦਾਰ, ਇਹ ਹੁੰਦਾ ਪਾਤਰ। ਉਪਰਾਲੇ, ਇਹ ਹੁੰਦੇ ਨੇ ਯਤਨ, ਹੀਲੇ ਜਾਂ ਉਪਾਅ ਕਹਿ ਸਕਦੇ ਹਾਂ। ਵਿਕਾਸ ਹੁੰਦੀ ਹੈ ਬੇਟਾ ਤਰੱਕੀ, ਉੱਨਤੀ। ਦਾਸਤਾਨ ਹੁੰਦੀ ਹੈ ਕਹਾਣੀ, ਵਿਥਿਆ। ਪ੍ਰਕਿਰਿਆ ਹੁੰਦੀ ਹੈ ਬੇਟਾ ਤਰੀਕਾ, ਅਮਲ। ਰਹੱਸ ਹੁੰਦਾ ਹੈ ਭੇਦ ਜਾਂ ਗੁੱਝੀ ਗੱਲ। ਥੀਏਟਰ, ਇਹ ਹੁੰਦਾ ਬੇਟਾ ਨਾਟਕ ਘਰ ਜਾਂ ਤਮਾਸ਼ਾ ਕਰਨ ਦੀ ਥਾਂ। ਗਲੈਕਸੀ ਕੀ ਹੈ, ਆਕਾਸ਼, ਗੰਗਾ ਜਾਂ ਤਾਰਿਆਂ ਦਾ ਝੁਰਮਟ। ਸੈਟੇਲਾਈਟ ਕੀ ਹੈ, ਉਪਗ੍ਰਹਿ। ਪ੍ਰਦਰਸ਼ਨੀ ਕੀ ਹੈ, ਨੁਮਾਇਸ਼ ਜਾਂ ਦਿਖਾਵਾ। ਗਲੋਬ ਕੀ ਹੈ, ਧਰਤੀ ਦਾ ਇੱਕ ਗੋਲੇ ਉੱਤੇ ਬਣਾਇਆ ਨਕਸ਼ਾ, ਜਾਂ ਇਹਨੂੰ ਅਸੀਂ ਭੂ ਮੰਡਲ ਕਹਿ ਸਕਦੇ ਹਾਂ।
ਆਕਰਸ਼ਕ ਜਾਂ ਆਕਰਸ਼ਣ ਕੀ ਹੈ? ਖਿੱਚ, ਕਸ਼ਸ਼। ਟੈਲੀਸਕੋਪ ਕੀ ਹੈ? ਦੂਰਬੀਨ, ਜਿਹਦੇ ਨਾਲ ਦੂਰ ਦੀਆਂ ਚੀਜ਼ਾਂ ਨਜ਼ਦੀਕੀ ਤੁਹਾਨੂੰ ਦਿਖਾਈ ਦਿੰਦੀਆਂ ਨੇ। ਅੱਗੇ ਹੈਗਾ ਬੇਟਾ ਵਾਕਾਂ ਵਿੱਚ ਵਰਤੋਂ। ਜਾਗਰੂਕ, ਇਹਦਾ ਭਾਵ ਹੈ ਜਾਗ੍ਰਿਤ ਜਾਂ ਚੇਤਨ। ਸਾਇੰਸ ਸਿਟੀ ਵਿੱਚ ਸਥਿਤ ਸਾਹਿਤ ਗੈਲਰੀ ਲੋਕਾਂ ਨੂੰ ਆਪਣੇ ਸਰੀਰ ਅਤੇ ਸਿਹਤ ਸੰਬੰਧੀ ਜਾਗਰੂਕ ਕਰਦੀ ਹੈ। ਸਕਰੀਨ, ਇਹ ਹੈ ਬੇਟਾ ਪਰਦਾ। ਫਿਲਮ ਸਿਨੇਮੇ ਦੀ ਸਕਰੀਨ ਉੱਤੇ ਦਿਖਾਈ ਜਾਂਦੀ ਹੈ। ਪੁਲਾੜ, ਇਹਦਾ ਭਾਵ ਹੈ ਬੇਟਾ ਖਿਲਾਅ। ਵੱਖ-ਵੱਖ ਉਦੇਸ਼ਾਂ ਦੀ ਪੂਰਤੀ ਲਈ ਭਿੰਨ-ਭਿੰਨ ਉਪਗ੍ਰਹਿ ਪੁਲਾੜ ਵਿੱਚ ਛੱਡੇ ਗਏ ਹਨ। ਮਾਡਲ, ਇਹ ਤੋਂ ਭਾਵ ਹੈ ਨਮੂਨਾ। ਗਲੋਬ ਅਸਲ ਵਿੱਚ ਧਰਤੀ ਦਾ ਇੱਕ ਛੋਟਾ ਮਾਡਲ ਹੈ। ਗਲੋਬ ਅਸਲ ਵਿੱਚ ਧਰਤੀ ਦਾ ਇੱਕ ਛੋਟਾ ਮਾਡਲ ਹੈ। ਮੇਕਅਪ, ਸ਼ਿੰਗਾਰ। ਫਿਲਮਾਂ ਵਿੱਚ ਪਾਤਰਾਂ ਦੇ ਦ੍ਰਿਸ਼ਾਂ ਨੂੰ ਪੇਸ਼ ਕਰਨ ਵਿੱਚ ਮੇਕਅਪ ਕਰਨ ਵਾਲੇ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਟ੍ਰੇਨਿੰਗ, ਸਿਖਲਾਈ। ਇਸ ਸੰਸਥਾ ਵਿੱਚ ਲੜਕੀਆਂ ਨੂੰ ਸਿਲਾਈ ਕਢਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲਾਹੇਵੰਦ, ਲਾਭ ਦੇਣ ਵਾਲਾ। ਅੱਜ ਕੱਲ੍ਹ ਛੋਟੇ ਪੱਧਰ ਦੀ ਖੇਤੀਬਾੜੀ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। ਪਾਰਦਰਸ਼ੀ, ਉਹ ਚੀਜ਼ ਜਿਸ ਦੇ ਆਰ ਪਾਰ ਦਿਸੇ। ਲੋਹੇ ਦੀਆਂ ਬਣੀਆਂ ਚੀਜ਼ਾਂ ਪਾਰਦਰਸ਼ੀ ਨਹੀਂ ਹੁੰਦੀਆਂ। ਸੋ ਬੇਟਾ ਇਹ ਸੀ ਤੁਹਾਡਾ ਚੈਪਟਰ ਥੋੜ੍ਹਾ ਵੱਡਾ ਅਤੇ ਲੰਮਾ ਵਿਸਤਾਰਪੂਰਵਕ ਜ਼ਰੂਰ ਹੈ, ਪਰ ਇਹ ਚੈਪਟਰ ਬਹੁਤ ਹੀ ਜਾਣਕਾਰੀ ਭਰਪੂਰ ਹੈ। ਹੁਣ ਅਸੀਂ ਪੜ੍ਹੇ ਵਾਕਾਂ ਵਿੱਚ ਵਰਤੋਂ ਅਤੇ ਉੱਪਰ ਔਖੇ ਸ਼ਬਦਾਂ ਦੇ ਅਰਥ, ਅਤੇ ਇਸ ਚੈਪਟਰ ਦੇ 10 ਕੁਐਸਚਨ ਜਿਹੜੇ ਆਪ ਜੀ ਨਾਲ ਸਾਂਝੇ ਕੀਤੇ ਨੇ, ਅਤੇ ਸਟਾਰਟਿੰਗ ਦੇ ਵਿੱਚ ਅਸੀਂ ਪੂਰਾ ਚੈਪਟਰ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਆ, ਤਾਂ ਜੋ ਜਿਹੜੇ ਬੱਚਿਆਂ ਕੋਲ ਬੁੱਕ ਨਹੀਂ ਹੈ ਜਾਂ ਜਿਹੜੇ ਬੱਚਿਆਂ ਨੂੰ ਕਲਾਸ ਦੇ ਵਿੱਚ ਇਹ ਚੈਪਟਰ ਪੜ੍ਹਨ ਦੇ ਵਿੱਚ ਦੇਰੀ ਹੋ ਗਈ ਜਾਂ ਉਹਨਾਂ ਨੇ ਚੈਪਟਰ ਇਹ ਪੜ੍ਹਨਾ ਸੁਣਨਾ ਮਿਸ ਕਰ ਦਿੱਤਾ, ਤਾਂ ਉਹ ਬੱਚੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਪਣਾ ਚੈਪਟਰ ਪੜ੍ਹ ਸੁਣ ਅਤੇ ਸਮਝ ਸਕਦੇ ਨੇ, ਅਤੇ ਆਪਣੇ ਜਿਹੜੇ ਕੁਐਸਚਨ ਆਨਸਰ ਨੇ ਉਹ ਇਸ ਵੀਡੀਓ ਦੇ ਮਾਧਿਅਮ ਰਾਹੀਂ ਹੱਲ ਕਰ ਸਕਦੇ ਨੇ। ਸੋ 8ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੀ ਵਿਆਕਰਨ ਅਤੇ ਤੁਹਾਡੀ ਜਿਹੜੀ ਇਹ ਪਾਠ ਪੁਸਤਕ ਹੈ ਇਹਦੇ ਨਾਲ ਸੰਬੰਧਿਤ ਵੱਖ-ਵੱਖ ਚੈਪਟਰਾਂ ਦੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਆਪਣੇ ਚੈਨਲ ਦੇ ਉੱਪਰ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ।